Guru Vai 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 Vai Guru 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 ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਜਿੰਨਾ ਵੀ ਉਪਦੇਸ਼ ਦਿੱਤਾ ਜਾ ਰਿਹਾ ਹੈ ਉਹ ਸਾਰਾ ਆਪਣੇ ਮਨ ਨੂੰ ਦਿੱਤਾ ਜਾਂਦਾ। ਹੁਣ ਆਪਣੇ ਮਨ ਨੂੰ ਫਿਰ ਸਮਝਾਉਂਦੇ ਜਦੋਂ ਇੱਧਰ ਆ ਕੇ ਇਹ ਭਰਮ ਦੇ ਵਿੱਚ ਪੈ ਜਾਂਦਾ, ਮਾਇਆ ਦੇ ਨਾਲ ਪਿਆਰ ਪਾ ਲੈਂਦਾ, ਫਿਰ ਇਹ ਮਨ ਨੂੰ ਮੂਰਖ ਕਹਿੰਦੇ, ਇਹਨੂੰ ਅੰਨਾ ਕਹਿੰਦੇ ਤੇ ਇਹਨੂੰ ਗਵਾਰ ਕਹਿੰਦੇ। ਫਿਰ ਇਹਨੂੰ ਕਹਿੰਦੇ ਵੀ ਤੈਨੂੰ ਲਾਜ ਨਹੀਂ ਆਉਂਦੀ, ਵੀ ਤੈਨੂੰ ਸ਼ਰਮ ਨਹੀਂ ਆਉਂਦੀ, ਬਈ ਤੂੰ ਵਾਰ-ਵਾਰ ਜੰਮਦਾ ਮਰਦਾ, ਵਾਰ-ਵਾਰ ਤੂੰ ਜੂਨਾਂ ਦੇ ਵਿੱਚ ਆਉਣਾ ਜਾਂਦਾ, ਬਈ ਜੇ ਤੂੰ ਹੁਣ ਵੀ ਸ਼ਬਦ ਗੁਰੂ ਦੇ ਨਾਲ ਨਹੀਂ ਜੁੜੇਗਾ ਤੇਰਾ ਜਿਹੜਾ ਇਹ ਆਉਣ ਜਾਣੇ ਬਣੇ ਹੀ ਰਹਿਣਾ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ, ਸੁਣ ਮਨ ਅੰਧੇ ਮੂਰਖ ਗਵਾਰ, ਆਵਤ ਜਾਵਤ ਲਾਜ ਨਹੀਂ ਲਾਗੇ, ਬਿਨ ਗੁਰ ਬੂਢੇ ਬਾਰੋ ਬਾਰ। ਮਨ ਨੂੰ ਕਹਿੰਦੇ ਵੀ ਤੈਨੂੰ ਆਉਂਦੇ ਜਾਂਦੇ ਤੈਨੂੰ ਲਾਜ਼ਮ ਨਹੀਂ ਆਉਂਦੀ, ਵੀ ਤੂੰ ਇਸ ਗੱਲ ਦੀ ਸ਼ਰਮ ਨਹੀਂ ਮਹਿਸੂਸ ਕਰਦਾ, ਵੀ ਤੂੰ ਵਾਰ-ਵਾਰ ਆਉਣਾ ਜਾਣਾ ਜੂਨਾਂ ਦੇ ਵਿੱਚ, ਵਾਰ-ਵਾਰ ਆਕਾਰਾਂ ਦੇ ਵਿੱਚ ਆਉਂਦਾ। ਹੌਲੀ ਫਿਰ ਮਨ ਨੂੰ ਸਮਝਾਉਂਦੇ ਵੀ ਮੂਰਖਾ ਮਨਾ, ਹੁਣ ਤੂੰ ਇਹ ਗੱਲ ਨੂੰ ਸਮਝ ਲੈ ਵੀ ਮੇਰਾ ਜਿਹੜਾ ਆਵਾਗਾਉਣ ਦਾ ਚੱਕਰ ਇਹ ਖਤਮ ਹੋ ਜੀ, ਬਈ ਜਿਹੜਾ ਮੈਂ ਵਾਰ-ਵਾਰ ਆਕਾਰ ਬਦਲ ਰਿਹਾ, ਵਾਰ-ਵਾਰ ਮੈਨੂੰ ਆਉਣਾ ਪੈ ਰਿਹਾ, ਬਈ ਇਹ ਮੇਰਾ ਆਉਣ ਜਾਣ ਦਾ ਚੱਕਰ ਸਦਾ ਵਾਸਤੇ ਖਤਮ ਹੋ ਜੇ, ਮਿਟ ਜਾਵੇ। ਉਹਦੇ ਵਾਸਤੇ ਫਿਰ ਮਨ ਨੂੰ ਕਹਿੰਦੇ ਵੀ ਪਹਿਲਾਂ ਤੂੰ ਇਹ ਗੱਲ ਦੀ ਲਾਜ ਤਾਂ ਮੰਨ, ਬਈ ਜੇ ਤੂੰ ਲਾਜ ਹੀ ਨਹੀਂ ਮੰਨੇਗਾ ਤੇ ਫਿਰ ਤੇਰਾ ਆਵਾਗਾਉਣ ਦਾ ਚੱਕਰ ਕਿਵੇਂ ਖਤਮ ਹੋਏਗਾ, ਫਿਰ ਤੂੰ ਕਿਵੇਂ ਇਸ ਮਾਰਗ ਦੇ ਉੱਤੇ ਚੱਲੇਗਾ।
ਫਿਰ ਉਦੋਂ ਮਨ ਨੂੰ ਕਹਿੰਦੇ, ਜਦੋਂ ਇਹ ਗੁਰੂ ਦੀ ਗੱਲ ਨਹੀਂ ਮੰਨਦਾ, ਨਹੀਂ ਸਿਮਰਨ ਕਰਦਾ, ਨਹੀਂ ਇਸ ਮਾਰਗ ਦੇ ਉੱਤੇ ਚੱਲਦਾ, ਫਿਰ ਇਹਨੂੰ ਕਹਿੰਦੇ ਆ ਭਾਗਾ, ਭਾਗਾਂ ਤੋਂ ਹੀਣਾ। ਬਈ ਹੁਣ ਮਾਲਕ ਹੈ ਜਿਹੜਾ ਪਰਮਾਤਮਾ, ਤੂੰ ਉਹਨੂੰ ਕਿਉਂ ਨਹੀਂ ਸਿਮਰਦਾ? ਜਿਹੜਾ ਸੁੱਖਾਂ ਦਾ ਦਾਤਾ ਹੈ, ਜਿਹਨੇ ਤੈਨੂੰ ਸਦਾ ਵਾਸਤੇ ਸੁਖੀ ਕਰ ਦੇਣਾ, ਜਿਹਦਾ ਤੂੰ ਸਿਮਰਨ ਕਰਕੇ ਸਦਾ ਲਈ ਜੀਵਨ ਮੁਕਤ ਹੋ ਜਾ। ਮਹਾਰਾਜ ਫਰਮਾਉਂਦੇ ਆ, ਭਾਗੇ ਤੈ ਲਾਜ ਨਹੀਂ, ਸੁਖ ਸਾਗਰ ਪੂਰਨ ਪਰਮੇਸ਼ਰ, ਹਰ ਨਾ ਚੇਤਿਓ ਮਨ ਮਾਹੀ। ਬਈ ਜੋ ਮਾਲਕ ਸੁੱਖਾਂ ਦਾ ਸਾਗਰ, ਬਈ ਤੂੰ ਉਹਨੂੰ ਕਿਉਂ ਨਹੀਂ ਸਿਮਰਦਾ? ਕਿਉਂ ਨਹੀਂ ਤੂੰ ਉਹਦਾ ਸਿਮਰਨ ਕਰਦਾ? ਬਈ ਤੈਨੂੰ ਕਿਉਂ ਨਹੀਂ ਲਾਜ ਆਉਂਦੀ? ਕਿਉਂ ਨਹੀਂ ਤੈਨੂੰ ਸ਼ਰਮ ਆਉਂਦੀ? ਹੁਣ ਸ਼ਰਮ ਤਾਂ ਅਸੀਂ ਇਸ ਗੱਲ ਦੀ ਮੰਨਣੀ ਹੁੰਦੀ ਵੀ ਜਦੋਂ ਅਸੀਂ ਨਹੀਂ ਸਿਮਰਨ ਕਰਦੇ, ਨਹੀਂ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਚੱਲਦੇ, ਪਰ ਇਹਦਾ ਜਦੋਂ ਖੇਲ ਪੁੱਠਾ ਹੋ ਜਾਂਦਾ, ਉਲਟ ਹੋ ਜਾਂਦਾ, ਇਹ ਦੁਨੀਆ ਦੀ ਲੋਕ ਲੱਜਾ ਮੰਦ। ਬਈ ਜੇ ਮੈਂ ਸਿਮਰਨ ਕਰਾਂਗਾ ਤਾਂ ਲੋਕ ਕੀ ਕਹਿਣਗੇ? ਇਸ ਗੱਲ ਦੀ ਲੋਕ ਲੱਜਾ ਮੰਨਦਾ, ਲਾਜਮੰਦ। ਜੇ ਮੈਂ ਗੁਰਬਾਣੀ ਗੁਰੂ ਦੀ ਵਿਚਾਰ ਕਰਾਂਗਾ, ਜੇ ਮੈਂ ਸਤ ਸੰਗਤ ਕਰਾਂਗਾ ਤਾਂ ਲੋਕ ਕੀ ਕਹਿਣਗੇ? ਇਸ ਗੱਲ ਦੀ ਲਾਜਮੰਦ। ਮਹਾਰਾਜ ਕਹਿੰਦੇ ਲੋਕ ਲੱਜਾ ਤਾਂ ਉਹਨਾਂ ਨੂੰ ਮੰਨਣੀ ਚਾਹੀਦੀ, ਉਹਨਾਂ ਨੂੰ ਆਉਣੀ ਚਾਹੀਦੀ ਹੈ ਜਿਹੜੇ ਸਿਮਰਨ ਕਰਦੇ ਨਹੀਂ, ਜਿਹੜੇ ਸਤ ਸੰਗਤ ਨਹੀਂ ਕਰਦੇ। ਉਹਨਾਂ ਨੂੰ ਤਾਂ ਲਾਜ ਦੇ ਨਾਲ ਮਾਰੀ ਜਾਣਾ ਚਾਹੀਦਾ, ਸ਼ਰਮ ਦੇ ਨਾਲ। ਬਈ ਜੇ ਉਹ ਚਾਹਣ ਬਈ ਉਹਨਾਂ ਦੇ ਮਨ ਨੂੰ ਸੁੱਖ ਮਿਲੇ ਤੇ ਉਹ ਸੁਖੀ ਹੋਣ, ਸਿਮਰਨ ਤੋਂ ਬਿਨਾਂ ਉਹ ਸੁਖੀ ਹੋ ਨਹੀਂ ਸਕਦੇ, ਉਹਨਾਂ ਦੇ ਮਨ ਨੂੰ ਸ਼ਾਂਤੀ ਆ ਨਹੀਂ ਸਕਦੀ। ਇਸ ਲਈ ਫਿਰ ਉਹਨਾਂ ਨੂੰ ਕਹਿੰਦੇ ਲਾਜ ਮਰੇ ਜੋ ਨਾਮ ਨਾ ਲੀਵੈ, ਨਾਮ ਬਿਹੂਣ ਸੁਖੀ ਕਿਉ ਸੋਵੇ। ਹਰ ਸਿਮਰਨ ਛਾੜ ਪਰਮਗਤ ਚਾਹੇ, ਮੂਲ ਬਿਨਾ ਸਾਕਾ ਕਥਾਹੀ। ਸਤਿਗੁਰੂ ਕਹਿੰਦੇ ਵੀ ਜੇ ਜੀਵ ਆਖੇ ਵੀ ਸਿਮਰਨ ਤੋਂ ਬਿਨਾਂ ਮੈਂ ਸੁਖੀ ਹੋ ਜਾਵਾਂਗਾ, ਸੁਖੀ ਨਹੀਂ ਹੋ ਸਕਦਾ। ਸਤ ਸੰਗਤ ਤੋਂ ਬਿਨਾਂ ਉਹਦੇ ਮਨ ਨੂੰ ਸੁੱਖ ਨਹੀਂ ਮਿਲਦਾ, ਸ਼ਾਂਤੀ ਨਹੀਂ ਆ ਸਕਦੀ। ਸਤ ਸੰਗਤ ਤੋਂ ਬਿਨਾਂ ਜੀਵ ਦਾ ਮਨ ਹੈ ਜਿਹੜਾ, ਉਹ ਦੁਰਮਤ ਦੀ ਮੈਲ ਦੇ ਨਾਲ ਭਰਿਆ ਰਹਿੰਦਾ। ਮਹਾਰਾਜ ਤਾਈਓ ਫਰਮਾਉਂਦੇ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਬਈ ਸਤ ਸੰਗਤ ਤੋਂ ਬਿਨਾਂ ਇਹਦੇ ਅੰਦਰ ਇੰਨੀ ਮੈਲ ਹੈ, ਦੁਰਮਤ ਦੀ, ਦੁਬਦਾ ਦੀ, ਵੈਰ ਵਿਰੋਧ ਦੀ, ਨਿੰਦਿਆ ਚੁਗਲੀ ਦੀ, ਹਉਮੈ ਹੰਕਾਰ ਦੀ। ਹੁਣ ਐਸੀ ਅਵਸਥਾ 'ਚ ਫਿਰ ਜਦੋਂ ਮਨ ਚੱਲਦਾ, ਉਦੋਂ ਇਹਨੂੰ ਫਿਰ ਕਹਿੰਦੇ ਮੂਰਖ। ਵੀ ਕਿੱਡਾ ਵੱਡਾ ਮੂਰਖ ਹੋ ਗਏ। ਉਦੋਂ ਕਹਿੰਦੇ ਇਹਨੂੰ ਵੀ ਇਹ ਅੰਧ ਅਗਿਆਨੀ ਹੋ ਗਈ, ਵੀ ਇਹ ਅੰਨਾ ਹੈ, ਇਹ ਅਗਿਆਨੀ ਹੈ, ਗਿਆਨ ਤੋਂ ਹੀਣਾ ਹੈ। ਉਦੋਂ ਫਿਰ ਇਹਨੂੰ ਕਹਿੰਦੇ ਵੀ ਇਹ ਭਾਗਾ, ਭਾਗਾਂ ਤੋਂ ਹੀਣਾ ਹੈ। ਤੇ ਇਹ ਜਮਾਂ ਦੇ ਵੱਸ ਜਾਣਾ ਚਾਹੁੰਦਾ, ਜੂਨਾਂ 'ਚ ਜਾਣਾ ਚਾਹੁੰਦਾ, ਕਿਉਂਕਿ ਇਹਨੇ ਕਦੇ ਹਰ ਰਸ ਦੀ ਪ੍ਰਾਪਤੀ ਨਹੀਂ ਕੀਤੀ। ਹਰ ਰਸ ਕਹਿੰਦੇ ਸਾਡੇ ਜੋ ਮਨ ਦੀ ਖੁਰਾਕ ਹੈ ਅੰਮ੍ਰਿਤ, ਉਹ ਸਾਨੂੰ ਤਾਂ ਆਉਣਾ ਜਦੋਂ ਅਸੀਂ ਸਿਮਰਨ ਕਰਾਂਗੇ। ਮਹਾਰਾਜ ਇਸ ਲਈ ਫਰਮਾਉਂਦੇ, ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਵੀ ਉਹ ਜੀਵ ਭਾਗਾਂ ਤੋਂ ਹੀਣੇ ਤੇ ਜਮਾਂ ਦੇ ਵਸ, ਉਹ ਜੂਨਾਂ 'ਚ ਜਾਣਗੇ ਵਾਪਸ। ਹੁਣ ਇਹ ਫਿਰ ਸਾਨੂੰ ਸਭ ਤੋਂ ਵੱਡਾ ਰੋਗ ਹੈ ਸਾਡੇ ਮਨ ਨੂੰ, ਜਿਹੜਾ ਜਨਮ ਮਰਨ ਦਾ ਲੱਗਿਆ, ਜਿਹੜਾ ਅਸੀਂ ਵਾਰ-ਵਾਰ ਜੂਨਾਂ ਦੇ ਵਿੱਚ ਆਉਂਦੇ ਜਾਂਦੇ। ਤੇ ਮਨ ਹੁਣ
ਜਦੋਂ ਸੰਗਤ ਕਰਨ ਲੱਗੇ, ਸਿਮਰਨ ਕਰਨ ਲੱਗੇ, ਲਾਜ ਮਹਿਸੂਸ ਕਰਦਾ ਹੈ। ਮਹਾਰਾਜ ਕਹਿੰਦੇ ਵੀ ਤੈਨੂੰ ਉਦੋਂ ਲਾਜ ਨਹੀਂ ਆਉਂਦੀ ਜਦੋਂ ਤੂੰ ਹੋਰਾਂ ਜੂਨਾਂ 'ਚ ਫਿਰਦਾ ਧੱਕੇ ਖਾਂਦਾ। ਬਈ ਕਿਤੇ ਤੂੰ ਸੂਰ ਦੀ ਜੂਨ 'ਚ ਚਲਾ ਜਾਣਾ, ਤੂੰ ਗੰਦਗੀ ਖਾਨਾ, ਉਦੋਂ ਤੈਨੂੰ ਲਾਜ ਨਹੀਂ ਆਉਂਦੀ। ਕਿਤੇ ਤੂੰ ਕੁੱਤੇ ਦੀ ਜੂਨ 'ਚ ਚਲਾ ਜਾਣਾ, ਕਿਤੇ ਤੂੰ ਹੋਰ ਜੂਨਾਂ 84 ਲੱਖ ਜੂਨ ਦੇ ਵਿੱਚ ਗੇੜਾ ਕੱਢਦਾ। ਮਹਾਰਾਜ ਕਹਿੰਦੇ ਕੂਕਰ ਸ਼ੂਕਰ ਜੂਨੀ ਭਰਮਾਇਓ ਤੋ ਤੇ ਲਾਜ ਨਾ ਆਏ। ਬਈ ਤੈਨੂੰ ਉਦੋਂ ਤਾਂ ਲਾਜ ਨਹੀਂ ਆਉਂਦੀ, ਹੁਣ ਤੂੰ ਲੋਕ ਲੱਜਾ ਮੰਨਦਾ। ਬਈ ਜਦੋਂ ਤੂੰ ਹੋਰਾਂ ਜੂਨਾਂ 'ਚ ਫਿਰਦਾ ਉਦੋਂ ਤੈਨੂੰ ਕਿਉਂ ਨਹੀਂ ਲੱਜਾ ਆਉਂਦੀ? ਵੀ ਹੁਣ ਤੈਨੂੰ ਕਿਉਂ ਨਹੀਂ ਲਾਜ ਆਉਂਦੀ ਵੀ ਮੈਂ ਸਿਮਰਨ ਨਹੀਂ ਕਰਦਾ? ਇਸ ਗੱਲ ਦੀ ਲਾਜ ਆਉਣੀ ਚਾਹੀਦੀ। ਹੁਣ ਮੈਂ ਕਿਉਂ ਵਾਰ-ਵਾਰ ਆਕਾਰਾਂ ਦੇ ਵਿੱਚ ਆਉਂਦਾ ਜਾਂਦਾ? ਇਸ ਗੱਲ ਦੀ ਲੱਜਾ ਆਉਣੀ ਚਾਹੀਦੀ। ਹੁਣ ਇਸ ਵਾਸਤੇ ਫਿਰ ਸਾਡੇ ਮਨ ਨੂੰ ਸਮਝਾਉਂਦੀ ਵੀ ਹੁਣ ਵੇਲਾ, ਹੁਣ ਮੌਕਾ ਹੈ, ਹੁਣ ਤੂੰ ਮਿਲ ਸਕਦਾ ਪਰਮਾਤਮਾ ਨੂੰ। ਮਹਾਰਾਜ ਕਹਿੰਦੇ ਸੁਣ ਮਨ ਮਿੱਤਰ ਪਿਆਰੇ ਆ, ਮਿਲ ਵੇਲਾ ਹੈ। ਜਬ ਲਗ ਜੋਬਨ ਸਾਸ ਹੈ ਤਬ ਲਗੇ ਤਨ ਦੇ। ਬਈ ਹੋਣੀ ਤੈਨੂੰ ਵੇਲਾ, ਹੋਣੀ ਮੌਕਾ, ਜਦ ਤੱਕ ਤੇਰੇ ਕੋਲ ਸਵਾਸ ਨਹੀਂ। ਹੁਣ ਇਹਨੂੰ ਫਿਰ ਪਿਆਰ ਨਾਲ ਸਮਝਾਉਂਦੇ ਵੀ ਮਿੱਤਰਾ ਹੁਣ ਵੇਲਾ ਮਿਲ ਲਾ। ਜਦੋਂ ਇਹ ਪਿਆਰ ਦੇ ਨਾਲ ਸਮਝਦਾ ਨਹੀਂ, ਜਿਵੇਂ ਕਈ ਬੱਚੇ ਹੁੰਦੇ ਉਹ ਤਾਂ ਪਿਆਰ ਨਾਲ ਸਮਝ ਜਾਂਦੇ। ਜੇ ਹੁਣ ਪਿਆਰ ਨਾਲ ਨਹੀਂ ਸਮਝਦੇ ਫਿਰ ਮਾਤਾ ਪਿਤਾ ਸਖਤੀ ਵਰਤਦੇ, ਫਿਰ ਉਹਨਾਂ ਨੂੰ ਸਖਤ ਬਚਨ ਬੋਲਦੇ। ਹੁਣ ਬੋਲਦੇ ਉਹਨਾਂ ਦੇ ਭਲੇ ਵਾਸਤੇ। ਹੁਣ ਇਸੇ ਤਰ੍ਹਾਂ ਹੀ ਗੁਰਬਾਣੀ ਗੁਰੂ ਸਾਨੂੰ ਪਿਆਰ ਨਾਲ ਸਮਝਾਉਂਦੇ ਵੀ ਮਿੱਤਰੋ ਹੁਣ ਵੇਲਾ, ਹੁਣ ਤੁਸੀਂ ਮਿਲ ਸਕਦੇ ਪਰਮਾਤਮਾ ਨੂੰ। ਜਦੋਂ ਇਹ ਪਿਆਰ ਦੇ ਨਾਲ ਨਹੀਂ ਮੰਨਦਾ, ਨਹੀਂ ਸੁਣਦਾ, ਫਿਰ ਮਨ ਨੂੰ ਕਹਿੰਦੇ ਸੁਣ ਮਨ ਅੰਧੇ ਕੁੱਤੇ ਘੜਿਆਰ। ਫਿਰ ਇਹਨੂੰ ਇੱਦਾਂ ਦੇ ਬਚਨ ਵੀ ਬੋਲਦੇ ਬਈ ਤੂੰ ਸੁਣਦਾ ਕਿਉਂ ਨਹੀਂ? ਹੁਣ ਜੇ ਤੂੰ ਹੁਣ ਨਹੀਂ ਸੁਣੇਗਾ, ਜੇ ਤੂੰ ਹੁਣ ਨਹੀਂ ਮੰਨੇਗਾ, ਫਿਰ ਤੂੰ ਕਦੋਂ ਮੰਨੇਗਾ? ਕਿ ਹੋਣੀ ਤਾਂ ਵੇਲਾ ਹੈ, ਹੋਣੀ ਤਾਂ ਮੌਕਾ ਤੈਨੂੰ। ਇਹ ਵੀ ਮੌਕਾ ਸਾਨੂੰ ਕਈਆਂ ਯੁੱਗਾਂ ਬਾਅਦ ਮਿਲਦਾ। ਹੋਰਾਂ ਆਕਾਰਾਂ ਦੇ ਵਿੱਚ, ਹੋਰਾਂ ਜੂਨਾਂ 'ਚ ਮੌਕਾ ਇਹ ਵਾਰੀ ਨਹੀਂ ਹੈ। ਸਿਰਫ ਆਪਾਂ ਨੂੰ ਹੀ ਮਾਨਸ ਜਾਮੇ ਵਿੱਚ ਇਹ ਹੁਣ ਮੌਕਾ, ਇਹ ਸਾਨੂੰ ਹੁਣ ਵਾਰੀ ਦਿੱਤੀ ਜਾਂਦੀ। ਅੰਨ੍ਹੋ ਮਾਰੇ ਸਾਨੂੰ ਸਮਝਾਉਂਦੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ। ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਵੀ ਹੁਣ ਵਾਰੀ ਹੈ, ਹੁਣ ਕਿਉਂ ਨਹੀਂ ਸਿਮਰਨ ਕਰਦੇ? ਬਈ ਪਹਿਲਾਂ ਤਾਂ ਅਸੀਂ ਹੋਰਾਂ ਜੂਨਾਂ ਦੇ ਵਿੱਚ ਇਹ ਖੇਲ ਨੂੰ ਹਾਰਦੇ ਰਹਿੰਦੇ ਹਾਂ, ਕਿਉਂਕਿ ਉਹਨਾਂ 'ਚ ਮੌਕਾ ਨਹੀਂ, ਉਹਨਾਂ 'ਚ ਵਾਰੀ ਨਹੀਂ। ਹੁਣ ਸਾਨੂੰ ਵਾਰੀ ਮਿਲੀ, ਹੁਣ ਅਸੀਂ ਇਹ ਖੇਲ ਨੂੰ ਜਿੱਤ ਸਕਦੇ, ਹੁਣ ਅਸੀਂ ਮਿਲਾਪ ਕਰ ਸਕਦੇ ਵਾਹਿਗੁਰੂ ਨਾਲ। ਤਾਂਹੀਓ ਆਪਾਂ ਨੂੰ ਰੋਜ਼ ਸਤਿਗੁਰੂ ਫਰਮਾਉਂਦੇ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ। ਬਈ ਹੁਣ ਵਾਰੀ ਹੈ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕਰਨ 'ਚ। ਮਹਾਰਾਜ ਕਹਿੰਦੇ ਵੀ ਹੁਣ ਸਿਮਰਨ ਕਰ ਲਓ। ਵੀ ਹੁਣ ਇਹ ਮੌਕਾ, ਤੇ ਜੇ ਵਾਰੀ ਲੰਘ ਗਈ ਫਿਰ ਇਹ ਵਾਰ-ਵਾਰ ਮੌਕਾ ਨਹੀਂ ਮਿਲਦਾ, ਵਾਰ-ਵਾਰ ਵਾਰੀ ਨਹੀਂ ਮਿਲਦੀ। ਜਿਵੇਂ ਬਾਬਾ ਕਬੀਰ ਜੀ ਕਹਿੰਦੇ ਵੀ ਜੰਗਲ ਦੇ ਵਿੱਚ ਦਰੱਖਤ ਹੈ, ਹੁਣ ਉਹਨੂੰ ਫਲ ਲੱਗਦਾ ਤੇ ਫਲ ਪੱਕ ਕੇ ਟਾਹਣੀ ਨਾਲੋਂ ਥੱਲੇ ਡਿੱਗ ਪੈਂਦੇ, ਉਹ ਹੁਣ ਦੁਬਾਰਾ ਨਾਲ ਨਹੀਂ ਜੁੜਦਾ ਦਰੱਖਤ ਦੀ। ਇਸੇ ਤਰ੍ਹਾਂ ਹੀ ਇਹ ਮਾਨਸ ਜਾਮਾ ਮਾਰੇ ਕਹਿੰਦੇ ਦੁਰਲੰਭ ਆ, ਵੀ ਇੱਕੋ ਵਾਰੀ ਮਿਲਦਾ, ਵਾਰ-ਵਾਰ ਮਿਲਦਾ ਨਹੀਂ।
ਫਰਮਾਉਂਦੇ ਨੇ ਕਬੀਰ ਮਾਨਸ ਜਨਮ ਦੁਰਲੰਭ ਹੈ, ਹੋਏ ਨਾ ਬਾਰੇ ਵਾਰ, ਜਿਉਂ ਬਨ ਫਲ ਪਾਕੇ ਭੋਏ ਗਿਰੇ ਬੌਰ ਨਾ ਲਾਗੇ ਡਾਰ। ਬਈ ਇਹ ਦੁਬਾਰਾ ਜੁੜਦਾ ਨਹੀਂ ਨਾਲ ਟਾਣੀ ਦੇ, ਜੇ ਇੱਕ ਵਾਰੀ ਟੁੱਟ ਗਿਆ। ਹੁਣ ਇਸੇ ਤਰ੍ਹਾਂ ਹੀ ਇੱਕ ਵਾਰ ਸਾਡੇ ਹੱਥੋਂ ਇਹ ਮਾਨਸ ਜਾਮਾ ਨਿਕਲੇ, ਇੱਕ ਵਾਰ ਅਸੀਂ ਇਹ ਜੀਵਨ ਦਾ ਸਮਾਂ ਨਿਭਾ ਲਿਆ, ਬਾਰੀ ਨਿਭਾ ਲਈ, ਫਿਰ ਪਤਾ ਨਹੀਂ ਦੁਬਾਰਾ ਕਦੋਂ ਮੌਕਾ ਮਿਲੇ, ਕਦੋਂ ਵਾਰੀ ਮਿਲੇ। ਕਿ ਧਿਆਨ ਦਾ ਸਾਰਾ ਖੇਲ ਚੱਲਦਾ, ਜਿੱਧਰ ਨੂੰ ਸਾਡਾ ਧਿਆਨ ਹੁੰਦਾ ਹੈ ਉਧਰ ਨਹੀਂ ਸਾਨੂੰ ਜੂਨਾਂ 'ਚ ਭੇਜ ਦਿੰਦੇ, ਉਹੀਓ ਸਾਨੂੰ ਆਕਾਰ ਮਿਲ ਜਾਂਦਾ। ਹੁਣ ਜੇ ਅਸੀਂ ਇਹ ਮਾਨਸ ਜਾਮੇ ਵਿੱਚ ਰਹਿੰਦੇ ਹੋਏ ਇੱਧਰ ਧਿਆਨ ਮਾਇਆ ਵਾਲੀ ਰੱਖੀ, ਇੱਕ ਵਾਰ ਅਸੀਂ ਇਹ ਪੌੜੀ ਦੇ ਉੱਤੋਂ ਥੱਲੇ ਡਿੱਗੇ, ਫਿਰ 84 ਦਾ ਚੱਕਰ ਪੈ ਜਾਣ। ਜਿਵੇਂ 84 ਲੱਖ ਜੂਨ ਇਹ ਪੌੜੀ, ਅਸੀਂ ਇੱਕ ਇੱਕ ਸਟੈਪ ਚੜ੍ਹਦੇ ਚੜ੍ਹਦੇ ਸਭ ਤੋਂ ਉੱਪਰਲੇ 'ਤੇ ਆ ਗਏ। ਹੁਣ ਇਹ ਮਾਨਸ ਜਾਮਾ ਸਭ ਤੋਂ ਸ੍ਰੇਸ਼ਟ ਅਤੇ ਸਭ ਤੋਂ ਉੱਤਮ। ਜੇ ਤਾਂ ਇਹਦੇ ਵਿੱਚ ਹੁਣ ਆਪਾਂ ਵਾਹਿਗੁਰੂ ਨਾਲ ਮਿਲਾਪ ਕਰ ਲੈਂਦੇ, ਫਿਰ ਤਾਂ ਅਸੀਂ ਸਦਾ ਲਈ ਪਰਮਾਤਮਾ ਦੇ ਵਿੱਚ ਸਮਾ ਜਾਵਾਂਗੇ, ਸਾਨੂੰ ਦੁਬਾਰਾ ਨਹੀਂ ਭੇਜਣਗੇ ਵਾਪਸ। ਜੇ ਹੁਣ ਇੱਥੋਂ ਅਸੀਂ ਉੱਪਰੋਂ ਧਿਆਨ ਇੱਧਰ ਉੱਧਰ ਕੀਤਾ ਥੱਲੇ, ਸਿੱਧਾ ਹੀ ਫਿਰ ਉੱਪਰੋਂ ਥੱਲੇ ਡਿੱਗਾਂਗੇ। ਫਿਰ ਉੱਪਰੋਂ ਥੱਲੇ ਡਿੱਗਿਆ ਹੋਇਆ ਰਾਹ ਦੇ ਵਿੱਚ ਕਿਤੇ ਰੁਕਦਾ ਨਹੀਂ, ਕਿਉਂਕਿ ਪੌੜੀ ਇੰਨੀ ਲੰਮੀ ਹੈ, 84 ਲੱਖ ਟੰਬੇ ਨੇ ਪੌੜੀ ਦੇ। ਹੁਣ ਉੱਪਰੋਂ ਡਿੱਗੇ ਅਤੇ ਰਾਹ ਦੇ ਵਿੱਚ ਇਹਨੇ ਖੜਨਾ ਵੀ ਨਹੀਂ, ਕਿਤੇ ਸਿੱਧਾ ਹੀ ਥੱਲੇ ਡਿੱਗੂ। ਮਹਾਰਾਜ ਇਸ ਲਈ ਫਰਮਾਉਂਦੇ 184 ਜੂਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ 'ਤੇ ਜੋ ਨਰ ਚੁਕੇ, ਸੋ ਆਈ ਜਾਈ ਦੁੱਖ ਪਾਇੰਦਾ। ਮਹਾਰਾਜ ਕਹਿੰਦੇ 84 ਲੱਖ ਜੂਨ ਇਹ ਪੌੜੀ ਹੈ, ਜੇ ਤੁਸੀਂ ਇਹ ਪੌੜੀ ਤੋਂ ਹੁਣ ਡਿੱਗ ਪਏ ਉੱਪਰੋਂ, ਤੇ ਫਿਰ ਰਾਹ ਦੇ ਵਿੱਚ ਕਿਤੇ ਠਹਿਰ ਨਹੀਂ ਪਾਉਂਗੇ। ਫਿਰ ਇੱਕ ਇੱਕ ਟੰਬਾ ਚੜ੍ਹਦੇ ਚੜ੍ਹਦੇ ਪਤਾ ਨਹੀਂ ਕਿੰਨੇ ਕੁ ਯੁੱਗ ਬੀਤ ਜਾਣ, ਫਿਰ ਕਦੋਂ ਸਾਨੂੰ ਦੁਬਾਰਾ ਮਾਨਸ ਜਾਮਾ ਮਿਲੇ। ਅਤੇ ਮਾਨਸ ਜਾਮੇ ਵਿੱਚ ਜੇ ਸਾਨੂੰ ਪੂਰਨ ਗੁਰੂ ਨਾ ਮਿਲੇ, ਜੇ ਸਾਨੂੰ ਸਤ ਸੰਗਤ ਨਾ ਮਿਲੇ, ਅਤੇ ਅਸੀਂ ਫਿਰ ਨਹੀਂ ਮਾਨਸ ਜਾਮੇ ਦਾ ਲਾਹਾ ਖੱਟ ਸਕਦੇ, ਕਿਉਂਕਿ ਅਸੀਂ ਇੱਧਰ ਆ ਕੇ ਕਰਮ ਦੇ ਨਾਲ ਵੱਝ ਜਾਂਦੇ, ਫਿਰ ਜੀਵਨ ਦੀ ਬਾਜੀ ਨੂੰ ਹਾਰ ਕੇ ਫਿਰ ਵਾਪਸ ਜੂਨਾਂ 'ਚ ਮੁੜ ਜਾਂਦੇ। ਹੁਣ ਆਪਾਂ ਜਿਉਂ ਸਤਿਯੁਗ ਤੋਂ ਚੱਲੇ ਹਾਂ, ਪਤਾ ਨਹੀਂ ਅਸੀਂ ਕਿੰਨੀ ਕੁ ਵਾਰ ਇੱਥੇ ਆਏ, ਕਿੰਨੀ ਕੁ ਵਾਰ ਅਸੀਂ ਫਿਰ ਵਾਪਸ ਜੂਨਾਂ ਦੇ ਵਿੱਚ ਗਏ, ਇਹ ਗਿਣਤੀ ਨਹੀਂ ਹੋ ਸਕਦੀ। ਇੰਨੇ ਜਨਮ ਆਪਾਂ ਲੈ ਚੁੱਕੇ ਹਾਂ, ਵਾਰ-ਵਾਰ ਜੂਨਾਂ ਦੇ ਵਿੱਚ ਆ ਚੁੱਕੇ। ਕਿੰਨੀ ਵਾਰ ਅਸੀਂ ਜਿਨ੍ਹਾਂ ਦੇ ਮਾਂ ਪਿਓ ਬਣੇ, ਫਿਰ ਉਹ ਆਪਣੇ ਮਾਂ ਪਿਓ ਬਣ ਜਾਂਦੇ, ਆਪਾਂ ਉਹਨਾਂ ਦੇ ਬੱਚੇ ਬਣ ਜਾਂਦੇ। ਪਤਾ ਨਹੀਂ ਇਹ ਕਿੰਨੀ ਕੁ ਵਾਰ ਹੋਇਆ ਸੰਸਾਰ ਦੇ ਵਿੱਚ ਅਸੀਂ ਆਏ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜੁੜ ਜੁੜ ਵਿਛੜੇ, ਵਿਛੜ ਜੁੜੇ, ਜੀਵ ਜੀਵ ਜੀਵੇ ਮੂਏ, ਕਿਤਿਆਂ ਕੇ ਬਾਪ ਕਿਤਿਆਂ ਕੇ ਬੇਟੇ, ਕੀਤੇ ਗੁਰ ਚੇਲੇ ਹੋਏ, ਆਵਤ ਜਾਵਤ ਗਣਤ ਨਾ ਆਵੇ। ਵੀ ਆਉਂਦੇ ਜਾਂਦਿਆਂ ਨੂੰ ਗਿਣਤੀ ਨਹੀਂ ਹੋ ਸਕਦੀ ਵੀ ਕਿੰਨੀ ਕੁ ਵਾਰ ਅਸੀਂ ਆਏ ਜੂਨਾਂ ਦੇ ਵਿੱਚ। ਫਿਰ ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚ ਆਏ, ਅਸੀਂ ਕਿੱਥੇ ਕਿੱਥੇ ਰਹਿੰਦੇ ਰਹੇ। ਕਈ ਵਾਰ ਆਪਾਂ ਦਰਖਤ ਬਣ ਜਾਂਦੇ, ਕਿੰਨੇ ਕਿੰਨੇ ਯੁੱਗ ਲੰਘ ਜਾਂਦੇ, ਸਦੀਆਂ ਲੰਘ ਜਾਂਦੀਆਂ ਦਰਖਤ ਬਣਿਆਂ ਨੂੰ ਖੜ੍ਹਿਆਂ। ਕਈ ਵਾਰ ਅਸੀਂ ਸੱਪਾਂ ਦੀਆਂ ਕੋਲਾਂ ਦੇ ਵਿੱਚ ਰਹੇ, ਸੱਪ ਬਣਦੇ ਰਹੇ। ਕਿੰਨੀ ਵਾਰ ਅਸੀਂ ਪੰਛੀ ਬਣਦੇ ਰਹੇ, ਆਕਾਸ਼ 'ਚ ਉੱਡਦੇ ਰਹੇ।
ਇੰਨੀ ਵਾਰ ਅਸੀਂ ਪਸ਼ੂ ਬਣੇ, ਇਹਨਾਂ ਜੂਨਾਂ ਦੇ ਵਿੱਚੋਂ ਆਪਾਂ ਹੁੰਦੇ ਆ ਰਹੇ। ਮਹਾਰਾਜ ਕਹਿੰਦੇ ਕੇਤੇ ਰੁੱਖ ਵਿਰਖ ਹਮ ਚੀਨੇ, ਕੇਤੇ ਜੰਤ ਪਾਏ, ਕੇਤੇ ਨਾਗ ਕੁਲੀ ਮੈਂ ਆਏ, ਕੇਤੇ ਪੰਖ ਅਡਾਏ। ਵੀ ਇਹ ਸਾਡਾ ਪਿਛੋਕੜ, ਵੀ ਇਹਨਾਂ ਜੂਨਾਂ ਦੇ ਵਿੱਚੋਂ ਅਸੀਂ ਹੁੰਦੇ ਆ ਰਹੇ। ਸਥਾਵਰ ਜੰਗਮ ਕੀਟ ਪਤੰਗਾ, ਅਨੇਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਵਸਾਈ, ਜਬ ਹਮ ਰਾਮ ਗਰਭ ਹੋਏ ਆਏ। ਵੀ ਇੱਦਾਂ ਦੇ ਘਰ ਅਸੀਂ ਬੜੇ ਵਸਾਏ, ਇੱਦਾਂ ਦੇ ਘਰਾਂ ਦੇ ਵਿੱਚ ਅਸੀਂ ਰਹਿੰਦੇ ਰਹੇ। ਕਈ ਵਾਰ ਅਸੀਂ ਪਹਾੜ ਬਣ ਗਏ, ਪੱਥਰ ਬਣ ਕੇ ਖੜ੍ਹੇ ਰਹੇ, ਕਿੰਨੇ ਯੁੱਗ ਲੰਘ ਜਾਂਦੇ ਪੱਥਰ ਬਣਿਆਂ ਨੂੰ। ਕਈ ਵਾਰ ਅਸੀਂ ਫਿਰ ਇਹ ਜੰਗਲੀ ਜੀਵ ਬਣਦੇ, ਹਾਥੀ ਘੋੜੇ ਹਿਰਨ ਬਣਦੇ ਰਹੇ। ਕਈ ਵਾਰ ਆਪਾਂ ਇਹ ਸੱਪ ਬਣਦੇ ਰਹੇ, ਕਈ ਵਾਰ ਅਸੀਂ ਪਾਣੀ ਦੇ ਜਾਨਵਰ ਬਣ ਜਾਂਦੇ, ਮੱਛੀਆਂ ਡੱਡੂ 42 ਲੱਖ ਜੂਨ ਪਾਣੀ 'ਚ ਰਹਿੰਦੀ। ਹੁਣ ਇਹਨਾਂ ਕਾਰਾਂ ਦੇ ਵਿੱਚ ਹੁੰਦੇ ਆਏ ਹਾਂ ਅਤੇ ਹੁਣ ਆਪਾਂ ਨੂੰ ਇਹ ਵਾਰੀ ਮਿਲੀ, ਬੜੇ ਚਿਰਾਂ ਬਾਅਦ ਮਿਲੀ। ਅਤੇ ਕਾਹਦੇ ਵਾਸਤੇ ਮਿਲੀ? ਮਹਾਰਾਜ ਕਹਿੰਦੇ ਪਰਮਾਤਮਾ ਨੂੰ ਮਿਲਣ ਵਾਸਤੇ, ਆਪਣੇ ਆਪੇ ਦੀ ਪਹਿਚਾਣ ਕਰਨ ਵਾਸਤੇ, ਹੁਕਮ ਨੂੰ ਬੁੱਝਣ ਵਾਸਤੇ, ਹੁਕਮ ਦੇ ਵਿੱਚ ਆਉਣ ਵਾਸਤੇ। ਮਹਾਰਾਜ ਇਸ ਲਈ ਫਰਮਾਉਂਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਵਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹੋ ਦੇ ਸੰਜਰੀਆ। ਬਈ ਹੁਣ ਸਾਨੂੰ ਉਹ ਜਗਦੀਸ਼ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਹੈ, ਅਤੇ ਬੜੇ ਚਿਰਾਂ ਬਾਅਦ ਮਿਲੀ ਵਾਰੀ। ਇਹਨਾਂ ਜੂਨਾਂ ਦੇ ਵਿੱਚੋਂ ਨਿਕਲਦੇ ਨਿਕਲਦੇ ਫਿਰ ਸਾਨੂੰ ਇਹ ਮੌਕਾ ਮਿਲਿਆ, ਵਾਰੀ ਮਿਲੀ। ਹੁਣ ਤਾਂ ਫਿਰ ਮਹਾਰਾਜ ਕਹਿੰਦੇ ਵੀ ਉਦੋਂ ਮਨ ਨੂੰ ਕਹਿੰਦੇ ਵੀ ਤੈਨੂੰ ਲਾਜ ਨਹੀਂ ਆਉਂਦੀ, ਤੈਨੂੰ ਸ਼ਰਮ ਨਹੀਂ ਆਉਂਦੀ, ਬਈ ਤੂੰ ਵਾਰ ਵਾਰ ਜੰਮਦਾ ਮਰਦਾ, ਬਾਰ ਬਾਰ ਤੂੰ ਆਕਾਰਾਂ ਦੇ ਵਿੱਚ ਜੂਨਾਂ 'ਚ ਆਉਂਦਾ ਹੈ। ਬਈ ਹੁਣ ਤੂੰ ਕਿਉਂ ਨਹੀਂ ਸ਼ਬਦ ਗੁਰੂ ਨਾਲ ਜੁੜਦਾ, ਜਿਹਦੇ ਨਾਲ ਜੁੜ ਕੇ ਤੂੰ ਇਹ ਭਵ ਸਾਗਰ ਸੰਸਾਰ ਸਾਗਰ ਤੋਂ ਪਾਰ ਹੋ ਜਾ, ਜਿਹਦੇ ਨਾਲ ਜੁੜ ਕੇ ਸ਼ਬਦ ਦੇ ਨਾਮ ਦੇ ਤੂੰ ਸਦਾ ਲਈ ਅਮਰ ਹੋ ਜਾਣਾ, ਅਤੇ ਤੇਰਾ ਜਿਹੜਾ ਆਵਾਗਾਉਣ ਦਾ ਚੱਕਰ ਉਹ ਸਦਾ ਵਾਸਤੇ ਮਿਟ ਜਾਣ। ਹੁਣ ਤਾਂ ਫਿਰ ਮਨ ਨੂੰ ਸਮਝਾਉਂਦੇ ਵੀ ਹੁਣ ਤੂੰ ਸੰਤਾਂ ਦਾ ਵਚਨ ਮੰਨ, ਬਈ ਹੁਣ ਤੂੰ ਗੁਰਬਾਣੀ ਗੁਰੂ ਦਾ ਕਹਿਣਾ ਮੰਨ। ਜੇ ਤੂੰ ਮੰਨੇਗਾ ਫਿਰ ਤੂੰ ਇਹ ਭਵ ਸਾਗਰ ਸੰਸਾਰ ਸਾਗਰ ਤੋਂ ਪਾਰ ਹੋ ਜਾਏਗਾ। ਮਾਰੇ ਫਰਮਾਉਂਦੇ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਵਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਤਰੀਏ। ਬਈ ਜੇ ਕੋਈ ਸੰਤਾਂ ਦਾ ਵਚਨ ਕਮਾਵੇ ਅਤੇ ਉਹ ਤਰ ਜਾਂਦਾ। ਸੰਤਾਂ ਦਾ ਵਚਨ ਕੀ ਹੈ? ਸੰਤ ਸਾਨੂੰ ਕੀ ਕਹਿੰਦੇ ਵੀ ਕਿਹੜੀ ਕਮਾਈ ਕਰੋ? ਉਹ ਕਹਿੰਦੇ ਸਿਮਰਨ ਕਰੋ। ਬਈ ਇਹੋ ਤੁਹਾਡਾ ਅਸਲ ਕਾਰਜ ਹੈ ਜੀਵਨ ਦਾ, ਪਰਮਾਤਮਾ ਦਾ ਸਿਮਰਨ ਕਰਨਾ। ਫਰਮਾਉਂਦੇ ਰਾਮ ਸਿਮਰ, ਰਾਮ ਸਿਮਰ ਇਹ ਤੇਰੇ ਕਾਜ ਹੈ। ਬਈ ਇਹ ਤੇਰਾ ਅਸਲ ਕਾਰਜ ਹੈ, ਸਿਮਰਨ ਕਰਨਾ, ਤੂੰ ਹੁਣ ਇਹ ਕਰ। ਸੰਤਾਂ ਦਾ ਫਿਰ ਇਹ ਕਾਰਜ ਉਹ ਆਪ ਵੀ ਸਿਮਰਨ ਕਰਦੇ, ਅਤੇ ਉਹਨਾਂ ਨੇ ਸਾਨੂੰ ਵੀ ਪ੍ਰੇਰਨਾ ਵੀ ਤੁਸੀਂ ਵੀ ਕਰੋ। ਉਹਨਾਂ ਨੇ ਆਪ ਵੀ ਜਪਣਾ ਅਤੇ ਆਪਾਂ ਨੂੰ ਵੀ ਜਪਾਉਣਾ। ਇਉਂ ਮਾਰੇ ਫਰਮਾਉਂਦੇ ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ 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 ਸੁਖ ਪਾਵੋ, ਆਪ ਜਪੋ ਆਵਰਾ ਨਾਮ ਜਪਾਵੋ। ਸੰਤਾਂ ਨੇ ਆਪ ਵੀ ਜਪਣਾ ਅਤੇ ਆਪਾਂ ਨੂੰ ਵੀ ਜਪਾਉਣਾ। ਉਹਨਾਂ ਨੇ ਸਾਨੂੰ ਵਾਰ ਵਾਰ ਇਹੋ ਕਹਿਣਾ ਵੀ ਸੰਗਤ ਕਰੋ, ਸਿਮਰਨ ਕਰੋ, ਇਹੋ ਉਹਨਾਂ ਦੀ ਸੇਵਾ ਹੈ।
ਸੰਤਾਂ ਦੀ ਸੇਵਾ ਜਿਹੜੀ ਉਹ ਹੁੰਦੀ ਪਰਮਾਤਮਾ ਦਾ ਸਿਮਰਨ ਕਰ। ਸੰਤ ਕੀ ਸੇਵਾ ਨਾਮ ਤੇ ਆਈ। ਹੋਣੀ ਸਾਨੂੰ ਇਹ ਵਾਰੀ, ਹੋਣੀ ਮੌਕਾ, ਹੁਣ ਅਸੀਂ ਸੰਤਾਂ ਦੀ ਟਹਿਲ ਕਮਾ ਸਕਦੇ। ਹੁਣ ਅਸੀਂ ਸੰਤਾਂ ਦੀ ਸੇਵਾ ਕਰ ਸਕਦੇ, ਹੁਣ ਅਸੀਂ ਸਿਮਰਨ ਕਰ ਸਕਦੇ, ਹੁਣ ਅਸੀਂ ਸਤ ਸੰਗਤ ਕਰ ਸਕਦੇ, ਕਿਉਂਕਿ ਹੁਣ ਸਾਨੂੰ ਵਾਰੀ ਮੌਕਾ ਹੈ। ਮਹਾਰਾਜ ਤਾਈਓ ਸਾਨੂੰ ਰੋਜ਼ ਫਰਮਾਉਂਦੇ, ਕਰੂੰ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਾਹਾ, ਅੱਗੇ ਵਸਣ ਸਹੇਲਾ। ਵੀ ਇੱਥੇ ਸਾਨੂੰ ਖੱਟਣ ਨੂੰ ਹੁਣ ਇਹੀ ਲਾਹਾ ਹੈ ਵੀ ਅਸੀਂ ਵੱਧ ਤੋਂ ਵੱਧ ਸਿਮਰਨ ਕਰ ਲਈਏ, ਸਤ ਸੰਗਤ ਕਰ ਲਈਏ। ਇਹ ਸਾਡੇ ਜੀਵਨ ਦਾ ਲਾਹਾ, ਇਹ ਸਾਡੇ ਜੀਵਨ ਦਾ ਮਕਸਦ ਹੈ, ਮਾਲਕ ਨਾਲ ਮਿਲਾਪ ਕਰਨ। ਹੁਣ ਉਹ ਤਾਂ ਹੀ ਹੋਏਗਾ ਜੇ ਅਸੀਂ ਸਿਮਰਨ ਕਰਾਂਗੇ, ਸਤ ਸੰਗਤ ਕਰਾਂਗੇ, ਅਤੇ ਫਿਰ ਹੀ ਸਾਨੂੰ ਭੇਤ ਆਉਣਾ, ਫਿਰ ਹੀ ਸਾਡੇ ਮਨ ਨੇ ਇਸ ਮਾਰਗ ਦੇ ਉੱਤੇ ਚੱਲਣਾ। ਤਾਂਹੀਓ ਫਿਰ ਮਹਾਰਾਜ ਸਾਨੂੰ ਵਾਰ ਵਾਰ ਇਹ ਸਾਡੇ ਮਨ ਨੂੰ ਸਮਝਾਉਂਦੇ ਵੀ ਹੁਣ ਤੂੰ ਕਿਉਂ ਨਹੀਂ ਸਿਮਰਨ ਕਰਦਾ, ਹੁਣ ਤੂੰ ਕਿਉਂ ਨਹੀਂ ਸਤ ਸੰਗਤ ਕਰਦਾ। ਵੀ ਪਹਿਲਾਂ ਤਾਂ ਤੈਨੂੰ ਵਾਰੀ ਨਹੀਂ ਸੀ, ਮੌਕਾ ਨਹੀਂ ਸੀ, ਹੁਣ ਤੈਨੂੰ ਮੌਕਾ, ਹੁਣ ਤੈਨੂੰ ਵਾਰੀ ਹੈ। ਬਈ ਉਹ ਸਮਾਂ ਕੋਈ ਪਤਾ ਨਹੀਂ ਕਦੋਂ ਆ ਜਾਣਾ, ਕਦੋਂ ਸਾਡਾ ਦਿੱਤਾ ਹੋਇਆ ਸਮਾਂ ਜਿਹੜਾ ਇਹ ਸਮਾਪਤ ਹੋ ਜਾਣ। ਬਈ ਹੁਣ ਤੁਸੀਂ ਪਰਮਾਤਮਾ ਦੇ ਗੁਣ ਉਹ ਗਾਉਂਦੇ ਰਹੋ ਸਵਾਸ ਵਾਸਤੇ, ਇਹਦੇ ਵਿੱਚ ਦੇਰੀ ਨਾ ਕਰੋ, ਇਹਦੇ ਵਿੱਚ ਢਿੱਲ ਨਾ ਵਰਤ। ਮਹਾਰਾਜ ਫਰਮਾਉਂਦੇ, ਗਾਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪ ਨੀਤ, ਕਹਾ ਵਸਾਸਾ ਦੇ ਕਾ, ਬਿਲਮ ਨਾ ਕਰਿਓ ਮੀਤ, ਨਹਿ ਬਾਰਕ ਨਹਿ ਜੋਬਣੇ, ਨਾ ਬਿਰਦੀ ਕਿਛ ਬੰਦ, ਉਹ ਵੇਲਾ ਨੇ ਬੂਝੀਏ ਜੋ ਆਏ ਭਰੇ ਜਮ ਫੰਦ। ਬਈ ਉਹ ਵੇਲਾ ਪਤਾ ਨਹੀਂ ਕਦੋਂ ਆ ਜਾਣਾ, ਕਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋ ਜਾਣਾ, ਅਤੇ ਕਦੋਂ ਜਮਾਂ ਨੇ ਆ ਕੇ ਗੰਢ ਖੋਲ੍ਹ ਦੇਣੀ। ਸੋ ਇਸ ਵਾਸਤੇ ਕਹਿੰਦੇ ਵੀ ਜੇ ਅਸੀਂ ਸਿਮਰਨ ਕਰਦੇ ਹੋਵਾਂਗੇ, ਜੇ ਸਾਡੇ ਹਿਰਦੇ ਵਿੱਚ ਵਾਹਿਗੁਰੂ ਵਸਿਆ ਹੋਏਗਾ, ਅਤੇ ਅੰਤ ਸਮਾਂ ਦਾ ਕੋਈ ਪਤਾ ਨਹੀਂ ਕਿੱਦਾਂ ਦਾ ਆਉਣਾ, ਕਿਹਦਾ ਵੀ। ਪਰ ਜੇ ਸਾਹਿਬ ਸਾਡੇ ਹਿਰਦੇ 'ਚ ਵਸਿਆ ਹੋਏਗਾ ਤਾਂ ਸਾਨੂੰ ਅੱਗੇ ਸੌਖਾ ਹੋ ਜਾਂਦਾ, ਸਾਨੂੰ ਸਹਿਲਾ ਹੋ ਜਾਂਦਾ। ਮਹਾਰਾਜ ਤਾਈਓ ਫਰਮਾਉਂਦੇ, ਕਿਆ ਜਾਣਾ ਕਿਬ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਬਈ ਜੇ ਸਾਨੂੰ ਮਾਲਕ ਨਾ ਵਿਸਰੇ, ਜੇ ਸਾਨੂੰ ਉਹ ਨਾ ਭੁੱਲੇ, ਅਤੇ ਸਹਿਲਾ ਹੁੰਦਾ ਸੌਖਾ। ਜੇ ਹੁਣ ਸਾਨੂੰ ਮਾਲਕ ਭੁੱਲਿਆ ਹੋਇਆ ਅਤੇ ਫਿਰ ਤਾਂ ਸਾਨੂੰ ਔਖਾ ਹੀ ਔਖਾ। ਕਿਉਂਕਿ ਔਖੀ ਘੜੀ ਸਾਡੇ 'ਤੇ ਉਦੋਂ ਆਉਂਦੀ ਜਦੋਂ ਸਾਡਾ ਸਵਾਸਾਂ ਦਾ ਧਨ ਖਤਮ ਹੁੰਦਾ। ਫਿਰ ਉਦੋਂ ਕਹਿੰਦੇ ਵੀ ਹੁਣ ਔਖੀ ਘੜੀ ਆ ਗਈ, ਹੁਣ ਮੁਸੀਬਤ ਪੈ ਗਈ, ਵੀ ਹੁਣ ਦੇਖੋ ਇਹਨਾਂ ਦਾ ਸਾਥ ਕੌਣ ਦਿੰਦਾ। ਫਿਰ ਉਸ ਅਵਸਥਾ ਦੇ ਵਿੱਚ ਨਾ ਤਾਂ ਉੱਥੇ ਸਾਡੇ ਆ ਮਾਂ ਪਿਓ ਜਾਣ ਨਾਲ, ਨਾ ਉੱਥੇ ਸਾਡੇ ਭੈਣ ਭਰਾ ਕੋਈ ਸੰਗੀ ਸਾਥੀ ਉੱਥੇ ਸਾਡਾ ਨਾਲ ਜਾਵੇ। ਫਿਰ ਉਸ ਅਵਸਥਾ 'ਚ ਮਹਾਰਾਜ ਕਹਿੰਦੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ। ਵੀ ਉੱਥੇ ਜਦੋਂ ਤੂੰ ਜਾਣਾ ਇੱਥੋਂ, ਜਦੋਂ ਤੇਰਾ ਸਮਾਂ ਖਤਮ ਹੋ ਗਿਆ, ਤੂੰ ਇਕੱਲਾ ਰਹਿ ਜਾਣਾ। ਜਦੋਂ ਤੂੰ ਇਕੱਲਾ ਰਹਿ ਜਾਏਗਾ, ਉੱਥੇ ਤੇਰੇ ਮਾਤਾ ਪਿਤਾ ਨਹੀਂ ਤੇਰੇ ਨਾਲ ਜਾਣਗੇ, ਉੱਥੇ ਤੇਰੇ ਧੀਆਂ ਪੁੱਤਰ ਨਹੀਂ ਤੇਰੇ ਨਾਲ ਜਾਣਗੇ, ਉੱਥੇ ਤੇਰੇ ਸੰਗੀ ਸਾਥੀ, ਤੇਰੇ ਦੋਸਤ ਮਿੱਤਰ ਨਹੀਂ ਉੱਥੇ ਤੇਰੇ ਨਾਲ ਜਾਣਗੇ, ਉੱਥੇ ਤੂੰ ਇਕੱਲਾ ਰਹਿ ਜਾਣਾ। ਜਹ ਮਾਰਗ ਇਹ ਜਾਤ ਅਕੇਲਾ, ਵੀ ਇਹ ਉਹ ਮਾਰਗ ਹੈ ਜਿੱਥੇ ਸਾਨੂੰ ਇਕੱਲਿਆਂ ਨੂੰ ਜਾਣਾ ਪੈਂਦਾ। ਉਹਨੂੰ ਉੱਥੇ ਫਿਰ ਸਾਡੇ ਨਾਲ ਸੰਗੀ ਕੌਣ ਬਣਦਾ, ਕੌਣ ਸਾਥੀ ਬਣਦਾ,
ਜੋ ਸਾਡਾ ਮਾਤਾ ਪਿਤਾ ਵਾਹਿਗੁਰੂ ਤੇ ਜੋ ਉਹਨਾਂ ਦੇ ਮੁਖ ਦੀ ਆਵਾਜ਼ ਹੈ ਨਾਮ ਸ਼ਬਦ ਗੁਰੂ, ਉਹਨੇ ਸਾਡਾ ਸੰਗੀ ਸਾਥੀ ਬਣਨਾ, ਉਹਨੇ ਸਾਡੇ ਨਾਲ ਚੱਲਣਾ ਚੱਲਦਿਆਂ ਦੇ ਨਾਲ। ਜੇ ਹੁਣ ਅਸੀਂ ਜਿਉਂਦੇ ਜੀ ਤਾਂ ਉਹਨੂੰ ਸੱਜਣ ਨਹੀਂ ਬਣਾਇਆ, ਸ਼ਬਦ ਨੂੰ ਨਾਮ ਨੂੰ। ਜੇ ਅਸੀਂ ਜਿਉਂਦੇ ਜੀ ਤਾਂ ਉਹ ਸ਼ਬਦ ਗੁਰੂ ਦੇ ਨਾਲ ਲੈਬ ਨਾਲ ਨਾ ਜੋੜੀ ਸ਼ਬਦ। ਫਿਰ ਜਦੋਂ ਅਸੀਂ ਦੇਹ ਛੱਡਾਂਗੇ ਫਿਰ ਕਿਹਦੇ ਨਾਲ ਲੈਬ ਜੋੜਾਂਗੇ? ਜਿਹਦੇ ਨਾਲ ਜੋੜੀ ਰੱਖੀ ਮਾਇਆ ਦੇ ਨਾਲ, ਸੰਸਾਰ ਦੇ ਨਾਲ। ਇਹ ਸੰਸਾਰ ਦੀ ਪ੍ਰੀਤ ਝੂਠੀ, ਕਿਉਂਕਿ ਇਸੋਂ ਕੋਈ ਨਾਲ ਨਹੀਂ ਜਾਂਦਾ। ਮਹਾਰਾਜ ਤਾਈਓ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਓ ਹੀ ਸਭ ਲਾਗੇ ਹੋ ਕਿਆ ਦਾਰਾ ਕਿਆ ਮੀਤ। ਵੀ ਇਹ ਜਗਤ ਦੀ ਪ੍ਰੀਤ ਤਾਂ ਅਸੀਂ ਝੂਠੀ ਦੇਖੀ। ਵੀ ਇਹ ਸੰਸਾਰ ਦੇ ਵਿੱਚ ਕੋਈ ਐਸਾ ਸੰਗੀ ਸਾਥੀ, ਕੋਈ ਐਸਾ ਮਿੱਤਰ ਨਹੀਂ ਹੈ ਜਿਹੜਾ ਉਦੋਂ ਸਾਡਾ ਸਾਥ ਦੇਵੇ ਔਖੀ ਘੜੀ ਦੇ ਵਿੱਚ। ਇਹ ਤਾਂ ਸਿਰਫ ਉਹਨਾਂ ਸਮੇਂ ਜਿੰਨਾ ਸਮਾਂ ਸਾਡੇ ਸਵਾਸ ਚੱਲਦੇ। ਜਦੋਂ ਦੇਖਿਆ ਵੀ ਸਵਾਸ ਖਤਮ ਹੋ ਗਏ, ਨਿਰਧਨ ਹੋ ਗਿਆ, ਸਾਰੀ ਸਾਹ ਛੱਡ ਕੇ ਪਾਸੇ ਹਟ ਜਾਂਦੀ। ਮਹਾਰਾਜ ਤਾਈਓ ਫਰਮਾਉਂਦੇ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੇ ਸੰਗ ਨਾ ਹੋਈ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ। ਜਾਵੇ ਹੀ ਨਿਰਧਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ। ਜਦੋਂ ਦੇਖਿਆ ਵੀ ਨਿਰਧਨ ਹੋ ਗਏ, ਸਾਹ ਖਤਮ ਹੋ ਗਈ, ਫਿਰ ਕਹਿੰਦੇ ਵੀ ਹੁਣ ਨਹੀਂ ਭਰੋਸਾ, ਵੀ ਬਾਹਲਾ ਟਾਈਮ ਨਹੀਂ ਰੱਖਣਾ ਘਰ ਦੇ ਵਿੱਚ। ਉਹ ਫਿਰ ਆਪਾਂ ਦੇਖਦੇ ਹਾਂ ਰਾਤ ਵੀ ਨਹੀਂ ਰੱਖਦਾ ਅਗਲਾ। ਉਹ ਵੀ ਹੁਣ ਤਾਂ ਜਿਵੇਂ ਉਹ ਬਣੇ ਫਰਿੱਜਾਂ ਜੀਆਂ ਉਹਨਾਂ 'ਚ ਲਾਏ ਹੁੰਦੇ ਜਾ ਕੇ, ਬਈ ਉਦੋਂ ਹੀ ਲਿਆਉਣਾ ਜਦੋਂ ਬਸ ਸੰਸਕਾਰ ਕਰ। ਜਾਂ ਜੇ ਨਹੀਂ ਰੱਖਣਾ ਤਾਂ ਫਟਾਫਟ ਕਰ ਦਿਓ, ਛੇਤੀ ਰਾਤ ਪੈਂਦੀ ਹੈ। ਔਰ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਸਰੀਰ ਇਹ ਤਾਂ ਇੱਥੇ ਦਾ ਇੱਥੇ ਹੀ ਰਹਿ ਗਿਆ। ਜਿਹੜਾ ਇਹਦੇ ਅੰਦਰ ਵੱਸਦਾ ਸੀ ਉਹਦੀ ਖਬਰ ਕਿਸੇ ਨੂੰ ਨਹੀਂ, ਵੀ ਉਹਦੇ ਨਾਲ ਅੱਗੇ ਕੀ ਬੀਤੇ, ਕੀ ਉਹਦੇ ਨਾਲ ਹੋਏ। ਵੀ ਜਿਹੜਾ ਇਹਦੇ ਵਿੱਚ ਬੋਲਦਾ ਸੀ, ਜਿਹੜਾ ਦੇਖਦਾ, ਜਿਹੜਾ ਸੁਣਦਾ ਸੀ, ਵੀ ਆ ਹੁਣ ਤਾਂ ਬੋਲ ਰਿਹਾ ਸੀ, ਹੁਣ ਕਿੱਥੇ ਚਲਾ ਗਿਆ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਆ ਨਾ, ਕਈ ਵਾਰ ਜੀਵ ਕਹਿੰਦਾ ਹੈ ਵੀ ਚੰਗਾ ਭਲਾ ਸੀ, ਮੈਨੂੰ ਤਾਂ ਕੱਲ੍ਹ ਮਿਲਿਆ ਸੀ ਜਾਂ ਮੈਨੂੰ ਅੱਜ ਮਿਲਿਆ ਸੀ, ਵੀ ਉਹਨੂੰ ਕੀ ਹੋ ਗਈ। ਵੀ ਜਿਹੜਾ ਉਹਦੇ ਅੰਦਰ ਬੋਲਦਾ ਸੀ, ਜਿਹੜਾ ਦੇਖਦਾ, ਜਿਹੜਾ ਸੁਣਦਾ ਸੀ, ਉਹ ਹੁਣ ਕਿੱਥੇ ਚਲਾ ਗਿਆ। ਵੀ ਇਹ ਜਿਹੜਾ ਸਰੀਰ ਸੀ, ਇਹ ਸਰੀਰ ਤਾਂ ਇੱਥੇ ਹੀ ਛੱਡ ਗਿਆ, ਉਹ ਇੱਥੇ ਹੀ ਰਹਿ ਗਿਆ। ਮਹਾਰਾਜ ਕਹਿੰਦੇ ਵੀ ਫਿਰ ਜੀਵ ਸਰੀਰ ਦੇ ਕੋਲ ਬੈਠੇ ਤਾਂ ਰੋਂਦੇ ਇਹਨੂੰ, ਪਰ ਉਹ ਅਗਲੀ ਕਿਸੇ ਨੂੰ ਖਬਰ ਨਹੀਂ ਬਈ ਜਿਹੜਾ ਉਹ ਗਿਆ ਤੇ ਉਹ ਗਿਆ ਕਿੱਥੇ, ਤੇ ਇਹ 'ਤੇ ਵਿਚਾਰ ਵੀ ਨਹੀਂ ਕਰਦੇ ਵੀ ਅਸੀਂ ਵੀ ਜਾਣਾ। ਮਹਾਰਾਜ ਫਰਮਾਉਂਦੇ ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰ ਵੀ ਉੱਠ ਸਿਧਾਈ। ਬਈ ਅੱਗੇ ਦੀ ਕਿਸੇ ਨੇ ਖਬਰ ਨਹੀਂ ਲਈ ਤੇ ਪਤਾ ਨਹੀਂ, ਤੇ ਇਹ ਨਹੀਂ ਪਤਾ ਵੀ ਅਸੀਂ ਰੋਂਦੇ ਹਾਂ ਤੇ ਅਸੀਂ ਵੀ ਚਲੇ ਜਾਣ। ਬਈ ਅੱਜ ਇਹ ਗਿਆ, ਕੱਲ੍ਹ ਨੂੰ ਸਾਡੀ ਵੀ ਵਾਰੀ ਆਉਣੀ ਹੈ ਤੇ ਸਿੱਖਿਆ ਤਾਂ ਇਹ ਲੈਣੀ ਹੁੰਦੀ ਸੀ ਵੀ ਇਹ ਇੱਥੋਂ ਚਲਾ ਗਿਆ, ਅਸੀਂ ਵੀ ਨਹੀਂ ਇੱਥੇ ਬੈਠੇ ਰਹਿਣਾ, ਤੇ ਫਿਰ ਅਸੀਂ ਵੈਰ ਵਿਰੋਧ ਕਾਹਤੋਂ ਕਰਦੇ। ਜਦੋਂ ਅਸੀਂ ਰਹਿਣਾ ਹੀ ਨਹੀਂ ਇੱਥੇ ਤੇ ਫਿਰ ਕਾਹਦੀਆਂ ਲੜਾਈਆਂ, ਕਾਹਦੇ ਝਗੜੇ, ਕਾਹਦੀ ਮੈਂ, ਕਾਹਦਾ ਹੰਕਾਰ। ਪਰ ਜੀਵ ਸਿੱਖਿਆ ਲੈਣ ਦੀ ਬਜਾਏ ਫਿਰ ਇਹ ਸੋਝ ਹੀ ਨਹੀਂ ਲੈਂਦਾ ਬਈ ਉਹ ਗਿਆ ਤੇ ਗਿਆ ਕਿੱਥੇ, ਤੇ ਸਤਿਗੁਰੂ ਫਿਰ ਉਹਦੀ ਗੱਲ ਕਰਦੀ ਬਈ ਅੱਗੇ ਉਹਦੇ ਨਾਲ ਕੀ ਬੀਤੀ, ਉਹਦੇ 'ਤੇ ਤਾਂ ਔਖੀ ਘੜੀ ਆ ਗਈ, ਮੁਸੀਬਤ ਪੈ ਗਈ। ਤੇ ਇੱਧਰ ਸੰਸਾਰੀ ਕੀ ਕਰਦੇ, ਆਪਾਂ ਤਾਂ ਸਮਝਦੇ ਹਾਂ ਵੀ ਬਸ ਹੁਣ ਸਰੀਰ ਦਾ ਸੰਸਕਾਰ ਕਰਤਾ ਤੇ ਵਿਹਲੇ ਹੋ ਗਏ।
ਪਰ ਜਿਹੜਾ ਉਹਦੇ ਅੰਦਰ ਵੱਸਦਾ ਸੀ ਇਹਦੇ, ਉਹਦੇ ਨਾਲ ਅੱਗੇ ਕੀ ਭਾਣਾ ਵਰਤਿਆ, ਕੀ ਕੁਝ ਉਹਦੇ ਨਾਲ ਹੋਇਆ, ਉਹ ਫਿਰ ਜ਼ਿਆਦਾ ਉਹੀ ਜਾਣਦਾ ਹੈ। ਅਤੇ ਜਾਂ ਉਹ ਗੁਰਮੁਖ ਜਾਣਦੇ ਜਿਹੜੇ ਜਾਗੇ ਅਤੇ ਜਿਨ੍ਹਾਂ ਨੇ ਜਾਗ ਕੇ ਦੇਖੀ। ਫਿਰ ਜਿਹੜੇ ਗੁਰਮੁਖਾਂ ਨੇ ਜਾਗੇ ਜਾਗ ਕੇ ਦੇਖਿਆ ਅਤੇ ਫਿਰ ਉਹਨਾਂ ਨੇ ਉਹਦੀ ਹਾਲਤ ਜਿਹੜੀ ਉਹ ਗੁਰਬਾਣੀ ਗੁਰੂ 'ਚ ਦੱਸੀ ਬਈ ਜਦੋਂ ਜੀਵ ਦੇਹ ਛੱਡਦਾ, ਅਸਲ ਮੁਸੀਬਤ, ਅਸਲ ਔਖੀ ਘੜੀ ਉਦੋਂ ਉਹਦੇ 'ਤੇ ਆਉਂਦੀ। ਅਤੇ ਉਸ ਘੜੀ ਪਰਥਾਈ ਮਹਾਰਾਜ ਕਹਿੰਦੇ ਔਖੀ ਘੜੀ ਨਾ ਦੇਖਣ ਦੇਈ, ਆਪਣਾ ਵਿਰਦ ਸੰਭਾਲੀ। ਬਈ ਇਹ ਮਾਲਕ ਦਾ ਸੁਭਾਅ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ, ਜਿਹੜੇ ਉਹਦੀ ਸੇਵਾ ਕਰਦੇ, ਉਹਦੀ ਬੰਦਗੀ ਕਰਦੇ, ਉਹਨਾਂ ਨੂੰ ਉਹ ਔਖੀ ਘੜੀ ਨਹੀਂ ਦੇਖਣ ਦਿੰਦਾ, ਕਿਉਂਕਿ ਉਹਨਾਂ ਨੂੰ ਜਮਾਂ ਦੇ ਮਾਰਗ 'ਤੇ ਨਹੀਂ ਜਾਣ ਦਿੰਦਾ। ਉਹਨਾਂ ਦੇ ਨਾਲ ਉਹ ਆਪ ਸਹਾਈ ਹੋ ਜਾਂਦਾ ਮਾਲਕ, ਉਹਨਾਂ ਦੇ ਨਾਲ ਉਹ ਨਾਮ ਸ਼ਬਦ ਗੁਰੂ ਸਹਾਈ, ਉਹ ਚੱਲਦਿਆਂ ਦੇ ਨਾਲ ਚੱਲਦਾ। ਹੁਣ ਉੱਥੇ ਫਿਰ ਉਹੀਓ ਗੁਰਮੁਖ ਛੁੱਟਦੇ ਜਮਾਂ ਤੋਂ, ਜਿਨ੍ਹਾਂ ਦੇ ਪੱਲੇ ਨਾਮ ਧਨ, ਜਿਨ੍ਹਾਂ ਨੇ ਨਾਮ ਦੀ ਕਮਾਈ ਨਹੀਂ ਕੀਤੀ, ਫਿਰ ਉਹਨਾਂ ਦੀ ਜਿਹੜੀ ਹਾਲਤ, ਉਹ ਉੱਥੇ ਇੰਨੀ ਹਾਹਾਕਾਰ ਮੱਚਦੀ, ਇੰਨੀਆਂ ਚੀਕਾਂ, ਇੰਨੀਆਂ ਕਲਾਟਾਂ ਪੈਂਦੀਆਂ, ਜਿਸੋਂ ਦੀ ਮਨਮੁਖਾਂ ਨੂੰ ਭਵ ਸਾਗਰ ਦੇ ਵਿੱਚ ਦੀ ਲੰਘਾਇਆ ਜਾਂਦਾ। ਉੱਥੇ ਅਗਨ ਦੇ ਵਿੱਚ ਸਾੜਿਆ ਜਾਂਦਾ, ਪਾਣੀ 'ਚ ਵਾਲਿਆ ਜਾਂਦਾ। ਉੱਥੇ ਜਮਾਂ ਦਾ ਐਡਾ ਵੱਡਾ ਦਲ ਬਣ ਜਾਂਦਾ ਵੀ ਇੰਨੀ ਹਾਹਾਕਾਰ ਮੱਚੀ ਵੀ ਕੋਈ ਉੱਥੇ ਉਹਨਾਂ ਨੂੰ ਛਡਾਉਣ ਵਾਲਾ ਨਹੀਂ, ਕੋਈ ਉੱਥੇ ਉਹਨਾਂ ਦੀ ਕੂਕ ਪੁਕਾਰ ਨਹੀਂ ਸੁਣਦਾ। ਔਰ ਉੱਥੇ ਪਤਾ ਲੱਗਦਾ ਵੀ ਇਹ ਕਿੱਡੇ ਕੁ ਸ਼ਾਹ ਕੇ ਪਾਤਸ਼ਾਹ ਨੇ, ਜਿਸੋਂ ਦੀ ਲੰਘਣਾ ਉਹ ਐਡਾ ਵੱਡਾ ਭਵ ਸਾਗਰ ਵੀ ਜਿਹਦਾ ਕੋਈ ਕੰਧੀ ਕਿਨਾਰਾ ਨਜ਼ਰ ਨਹੀਂ ਆਉਂਦਾ। ਮਹਾਰਾਜ ਕਹਿੰਦੇ ਜਿੱਥੇ ਸ਼ਾਇਰ ਲੰਘਣਾ, ਅਗਨ ਪਾਣੀ ਅਸਗਾਓ, ਕੰਧੀ ਦਿਸ ਨਾ ਆਵਈ, ਤਾਹੀ ਪਏ ਕਹਾਓ। ਨਾਨਕ ਉੱਥੇ ਜਾਣੀਏ ਛਾਹ ਕੇ ਭਾਈ ਕਿ ਪਾਤਸ਼ਾਹ, ਵੀ ਉਸੇ ਪਤਾ ਲੱਗਦਾ ਵੀ ਇਹ ਕੀ ਸ਼ਾਹ ਕੇ ਪਾਤਸ਼ਾਹ, ਕੀ ਇਹ ਨਾਮ ਧਨ ਨਾ ਹੋਣ ਕਰਕੇ ਪੱਲੇ, ਫਿਰ ਇਹਨੂੰ ਬੇਇੱਜ਼ਤ ਕੀਤਾ ਜਾਂਦਾ, ਇਹਨੂੰ ਬੇਪੱਤ ਕੀਤਾ ਜਾਂਦਾ। ਮਹਾਰਾਜ ਇਸ ਲਈ ਫਿਰ ਦੱਸਦੇ ਵੀ ਉਦੋਂ ਔਖੀ ਘੜੀ, ਉਦੋਂ ਮੁਸੀਬਤ। ਅਤੇ ਇਹ ਜਿਹੜਾ ਸਰੀਰ ਇਹ ਇੱਥੇ ਦਾ ਇੱਥੇ ਹੀ ਰਹਿ ਜਾਂਦਾ, ਇਹਨੂੰ ਆਪਾਂ ਆਪਦੇ ਹੱਥੀਂ ਸੰਸਕਾਰ ਕਰ ਦਿੰਦੇ, ਅਤੇ ਇਹਦਾ ਉਹਨੂੰ ਕੋਈ ਫਾਇਦਾ ਨਹੀਂ। ਚਾਹੇ ਅਸੀਂ ਇਹ ਸਰੀਰ ਨੂੰ ਵੈਸਟਾ ਦੇ ਵਿੱਚ ਰਲਾਈ ਚੱਲੀਏ, ਜਿਵੇਂ ਕੋਈ ਇਹਨੂੰ ਦੱਬ ਦਿੰਦਾ, ਕੋਈ ਪਾਣੀ 'ਚ ਜਲ ਪ੍ਰਵਾਹ ਕਰ ਦਿੰਦਾ, ਕੋਈ ਸੰਸਕਾਰ ਕਰ ਦਿੰਦਾ, ਅੱਗ ਲਾ ਦਿੰਦਾ। ਹੌਲੀ ਸਰੀਰ ਨੂੰ ਚਾਹੇ ਅਸੀਂ ਚੰਦਨ ਦੀਆਂ ਲੱਕੜਾਂ 'ਤੇ ਪਾ ਕੇ ਸੰਸਕਾਰ ਕਰ ਦਈਏ, ਚਾਹੇ ਇਹਨੂੰ ਵੈਸਟਾ ਗੰਦਗੀ ਦੇ ਵਿੱਚ ਰੋੜ ਦਈਏ, ਇਹਦਾ ਕੁਛ ਘਟਦਾ ਨਹੀਂ ਹੈ, ਕਿਉਂਕਿ ਜਿਹੜਾ ਇਹਦੇ ਵਿੱਚ ਵੱਸਦਾ ਸੀ ਉਹ ਤਾਂ ਚਲਾ ਹੀ ਗਿਆ। ਮਹਾਰਾਜ ਕਹਿੰਦੇ ਜੇ ਮ੍ਰਿਤਕ ਕੋ ਚੰਦਨ ਚੜਾਵੇ, ਉਸ 'ਤੇ ਕਹੋ ਕਬਨ ਫਲ ਪਾਵੇ। ਜੇ ਮ੍ਰਿਤਕ ਕੋ ਵੈਸਟਾ ਮੇ ਰਲਾਈ, ਤਾਂ ਮ੍ਰਿਤਕ ਕਿਆ ਘਟ ਜਾਈ। ਬਈ ਜੇ ਇਹਨੂੰ ਵੈਸਟਾ 'ਚ ਰਲਾਵਾਂਗੇ ਤਾਂ ਇਹਦਾ ਕੀ ਘਟਣਾ, ਅਤੇ ਜੇ ਇਹਨੂੰ ਚੰਦਨ ਦੀਆਂ ਲੱਕੜਾਂ 'ਤੇ ਪਾ ਦਾਂਗੇ ਤਾਂ ਇਹਦਾ ਕੀ ਵਧਣਾ। ਕਿ ਜਿਹੜਾ ਜਾਣ ਵਾਲਾ ਜੀਵ ਸੀ ਉਹ ਤਾਂ ਚੱਲਾ ਗਿਆ। ਹੁਣ ਉਹਨੇ ਮੁਕਤ ਹੋਣਾ ਜਿਹੜਾ ਇਹਦੇ ਅੰਦਰ ਵੱਸਦਾ ਮਨ। ਜੇ ਤਾਂ ਅਸੀਂ ਜਿਉਂਦੇ ਜੀ ਸ਼ਬਦ ਦੀ ਕਮਾਈ ਕੀਤੀ ਹੈ, ਜੇ ਤਾਂ ਅਸੀਂ ਨਾਮ ਦੇ ਨਾਲ ਜੁੜੇ ਹਾਂ, ਜਦੋਂ ਅਸੀਂ ਦੇਹ ਛੱਡੀ ਸਿੱਧਾ ਹੀ ਨਾਮ 'ਚ ਸਮਾ ਕੇ ਅਸੀਂ ਸੱਚ 'ਚ ਲੀਨ ਹੋ ਜਾਵਾਂਗੇ, ਪਰਮਾਤਮਾ ਦੇ ਵਿੱਚ ਸਦਾ ਵਾਸਤੇ ਸਮਾ ਜਾਵਾਂਗੇ ਅਤੇ ਸਦਾ ਲਈ ਅਮਰ ਹੋ ਜਾਵਾਂਗੇ। ਮਹਾਰਾਜ ਕਹਿੰਦੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਵੀ ਜੋਤ 'ਚ ਜੋਤ ਮਿਲ ਗਈ ਅਤੇ ਸਦਾ ਲਈ ਪੂਰੇ ਹੋ ਗਏ।
ਇਹ ਉਹਨਾਂ ਨੂੰ ਕਹਿੰਦੇ ਵੀ ਜਿਹੜੇ ਫਿਰ ਬ੍ਰਹਮ ਗਿਆਨੀ ਉਹ ਸਦਾ ਹੀ ਜਿਉਂਦੇ, ਉਹ ਕਦੇ ਮਰਦੇ ਨਹੀਂ, ਕਿਉਂਕਿ ਉਹ ਸਦਾ ਲਈ ਅਮਰ ਹੋ ਜਾਂਦੇ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ। ਵੀ ਜਿਹੜਾ ਬ੍ਰਹਮ ਗਿਆਨੀ ਉਹ ਸਦਾ ਜਿਉਂਦਾ, ਉਹ ਕਦੇ ਮਰਦਾ ਨਹੀਂ, ਕਿਉਂਕਿ ਉਹ ਮਾਲਕ ਦੇ ਵਿੱਚ ਲੀਨ ਹੋ ਜਾਂਦਾ, ਉਹਦੇ ਵਿੱਚ ਸਮਾ ਜਾਂਦਾ। ਜਿਹੜਾ ਮਨਮੁਖ ਹੈ ਉਹ ਵਾਰ-ਵਾਰ ਜੰਮਦਾ ਮਰਦਾ, ਉਹਨੂੰ ਵਾਰ-ਵਾਰ ਫਿਰ ਜੂਨਾਂ ਦੇ ਵਿੱਚ ਵਾਰ-ਵਾਰ ਉਹਨੂੰ ਆਕਾਰਾਂ ਦੇ ਵਿੱਚ ਆਉਣਾ ਪੈਂਦਾ। ਤਾਂਹੀਓ ਮਹਾਰਾਜ ਕਹਿੰਦੇ ਵੀ ਜਿਹੜੇ ਸੰਤ ਨੇ, ਜਿਹੜੇ ਗੁਰਮੁਖ ਨੇ, ਵੀ ਜਦੋਂ ਉਹ ਸੰਸਾਰ 'ਚੋਂ ਜਾਂਦੇ ਵੀ ਉਹਨਾਂ ਨੂੰ ਕੀ ਰੋਣਾ, ਉਹ ਤਾਂ ਆਪਦੇ ਘਰ ਚਲੇ ਗਏ, ਉਹ ਤਾਂ ਮਾਲਕ ਦੇ ਵਿੱਚ ਲੀਨ ਹੋ ਗਏ, ਉਹ ਤਾਂ ਸਦਾ ਲਈ ਅਮਰ ਹੋ ਗਏ। ਜਿਹੜਾ ਰੋਣਾ ਉਹ ਤਾਂ ਉਹ ਮਨਮੁਖ ਨੂੰ, ਸਾਖਤ ਨੂੰ, ਵੀ ਜਿਹਨੂੰ ਮਾਨਸ ਜਾਮਾ ਤਾਂ ਮਿਲਿਆ, ਵਾਰੀ ਤਾਂ ਮਿਲੀ, ਪਰ ਉਹਨੇ ਵਿਅਰਥ ਹੀ ਨਿਕਾਲੀ। ਉਹਨੇ ਜੀਵਨ ਦਾ ਲਾਹਾ ਨਹੀਂ ਖੱਟਿਆ, ਨਾ ਉਹਨੇ ਸਿਮਰਨ ਕੀਤਾ, ਨਾ ਉਹਨੇ ਸਤਸੰਗਤ ਕੀਤੀ, ਨਾ ਉਹ ਗੁਰੂ ਵਾਲਾ ਬਣਿਆ। ਉਹਨੇ ਸਾਰਾ ਜੀਵਨ ਆਪਦਾ ਵਿਅਰਥ ਹੀ ਖਰਾਬ ਕਰ ਲਿਆ। ਅਤੇ ਉਹਨੂੰ ਫਿਰ ਜਦੋਂ ਉਹ ਵਾਰ-ਵਾਰ ਫਿਰ ਜੂਨਾਂ 'ਚ ਜੰਮਦਾ ਮਰਦ। ਮਹਾਰਾਜ ਤਾਈਓ ਫਰਮਾਉਂਦੇ ਕਬੀਰ ਸੰਤ ਮੁਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਬਾਪੜੇ, ਜੋ ਹਾਟੇ ਹਾਟ ਬਕਾਈ। ਵੀ ਉਹ ਸਾਖਤ ਉਹ ਮਨਮੁਖ ਜਿਹੜਾ ਹੁਣ ਵਾਰ-ਵਾਰ ਜੂਨਾਂ 'ਚ ਆਊ ਅਤੇ ਵਾਰ-ਵਾਰ ਆਕਾਰਾਂ ਦੇ ਵਿੱਚ ਆ ਕੇ ਦੁੱਖ ਭੋਗ। ਹੁਣ ਇਸ ਵਾਸਤੇ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਹੁਣ ਸਾਡੇ ਕੋਲ ਬੜਾ ਸੁਨਹਿਰੀ ਮੌਕਾ ਹੈ, ਵੀ ਹੁਣ ਮਾਲਕ ਨੇ ਬੜੀ ਵੱਡੀ ਆਪਣੇ 'ਤੇ ਕਿਰਪਾ ਕੀਤੀ ਹੈ, ਵੀ ਹੁਣ ਆਪਾਂ ਨੂੰ ਮਾਨਸ ਜਾਮਾਂ ਦੇ ਫਿਰ ਮਾਨਸ ਜਾਮੇ ਵਿੱਚ ਆਪਾਂ ਨੂੰ ਸਤ ਸੰਗਤ ਦਿੱਤੀ। ਫਿਰ ਆਪਾਂ ਨੂੰ ਸਤਿਗੁਰੂ ਹਰ ਇੱਕ ਪੱਖੋਂ ਸਮਝਾ ਰਹੇ, ਗਿਆਨ ਦੀ ਕੋਈ ਕਮੀ ਨਹੀਂ। ਇੱਕ ਤਾਂ ਹੁੰਦਾ ਵੀ ਸਾਨੂੰ ਪਤਾ ਹੀ ਨਹੀਂ ਜੀ, ਵੀ ਸਾਨੂੰ ਕੋਈ ਸਮਝਾਉਣ ਵਾਲਾ ਨਹੀਂ। ਹੁਣ ਆਪਾਂ ਨੂੰ ਤਾਂ ਗੁਰਬਾਣੀ ਗੁਰੂ ਸਾਰੀ ਸਿੱਖਿਆ ਦੇ ਰਹੇ, ਸਾਰਾ ਭੇਦ ਦੇ ਰਹੇ, ਸਾਰਾ ਕੁਝ ਸਮਝਾ ਰਹੇ। ਜੇ ਅਸੀਂ ਫਿਰ ਵੀ ਸਿਮਰਨ ਨਾ ਕਰੀਏ ਅਤੇ ਫਿਰ ਅਸੀਂ ਵਾਪਸ ਜੂਨਾਂ 'ਚ ਮੁੜ ਜਾਈਏ, ਅਤੇ ਫਿਰ ਤਾਈਓ ਕਹਿੰਦੇ ਆ ਭਾਗੇ, ਵੀ ਭਾਗਾਂ ਤੋਂ ਹੀਣੇ, ਬਈ ਇਹਨਾਂ ਨੂੰ ਲਾਜ਼ਮ ਨਹੀਂ, ਬਈ ਹੁਣੇ ਸਿਮਰਨ ਕਾਹਤੋਂ ਨਹੀਂ ਕਰਦੇ। ਮਹਾਰਾਜ ਤਾਂ ਕਹਿੰਦੇ ਆ ਭਾਗੇ ਤੇ ਲਾਜ ਨਾਹੀਂ, ਸੁਖ ਸਾਗਰ ਪੂਰਨ ਪਰਮੇਸ਼ਰ, ਹਰ ਨਾ ਚੀਤਿਓ ਮਨ ਮਾਹੀ। ਬਈ ਹੁਣ ਤੂੰ ਕਿਉਂ ਨਹੀਂ ਮਾਲਕ ਨੂੰ ਚਿੱਤ 'ਚ ਵਸਾਉਂਦਾ, ਕਿਉਂ ਨਹੀਂ ਤੂੰ ਸਿਮਰਨ ਕਰਦਾ, ਬਈ ਕਿਉਂ ਨਹੀਂ ਤੈਨੂੰ ਲਾਜ ਆਉਂਦੀ, ਕਿਉਂ ਨਹੀਂ ਬੜਭਾਗੀ ਬਣਦਾ, ਕਿਉਂ ਤੂੰ ਭਾਗਾ ਬਣਿਆ ਹੋਇਆ। ਹੁਣ ਤਾਂ ਫਿਰ ਮਹਾਰਾਜ ਕਹਿੰਦੇ ਵੀ ਜਿਹੜੇ ਤਾਂ ਭਾਗੇ, ਜਿਹੜੇ ਭਾਗਾਂ ਤੋਂ ਹੀਣੇ, ਨਾ ਤਾਂ ਉਹ ਸਿਮਰਨ ਕਰਨ, ਨਾ ਉਹ ਸਤ ਸੰਗਤ ਕਰਨ। ਜਿਹੜੇ ਬੜਭਾਗੀ ਉਹ ਫਿਰ ਸਿਮਰਨ ਕਰਦੇ, ਉਹ ਸਤ ਸੰਗਤ ਕਰਦੇ, ਉਹ ਆਪਣੇ ਜੀਵਨ ਦਾ ਲਾਹਾ ਖੱਟਦੇ। ਮਹਾਰਾਜ ਇਸ ਲਈ ਸਾਨੂੰ ਫਿਰ ਸਮਝਾਉਂਦੇ, ਖੋਜ ਤੇ ਬੜਭਾਗੀ ਰਾਮ ਰਾਮ ਬੋਲ ਬੋਲ। ਵੀ ਜਿਹੜੇ ਗੁਰਮੁਖ ਸਿਮਰਨ ਕਰਦੇ, ਖੋਜ ਕਰਦੇ ਆਪਣੇ ਅੰਦਰ ਦੀ, ਨਾਮ ਦੀ, ਆਪਣੇ ਘਰ-ਬਾਰ ਦੀ, ਅਤੇ ਉਹ ਵਡਭਾਗੀ ਨੇ, ਉਹ ਵੱਡੇ ਭਾਗਾਂ ਵਾਲੇ ਜਿਹੜੇ ਸੰਤ ਮਾਰਗ ਦੇ ਉੱਤੇ ਚੱਲਦੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਮਹਾਰਾਜ ਕਹਿੰਦੇ ਵੀ ਕੋਈ ਵੱਡੇ ਭਾਗਾਂ ਵਾਲਾ ਤੇਰੇ ਸੰਤ ਮਾਰਗ ਦੇ ਉੱਤੇ ਚੱਲਦਾ, ਜਿਹੜਾ ਸਿਮਰਨ ਕਰਦਾ, ਜਿਹੜਾ ਸਤ ਸੰਗਤ ਕਰਦਾ। ਹੁਣ ਆਪਾਂ ਫਿਰ ਜੋ ਸਤ ਸੰਗਤ ਦੇ ਵਿੱਚ ਸਤਿਗੁਰੂ ਸਾਨੂੰ ਸਮਝਾਉਂਦੇ, ਫਿਰ ਉਸ ਨੂੰ ਅਸੀਂ ਮੰਨਣਾ ਹੁੰਦਾ। ਜੋ ਸਾਨੂੰ ਵਚਨ ਕਹਿੰਦੇ ਸਿਮਰਨ ਕਰਨ ਨੂੰ, ਫਿਰ ਅਸੀਂ ਇਹ ਸਿਮਰਨ ਕਰਨਾ ਹੁੰਦਾ। ਜਦੋਂ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਚੱਲਾਂਗੇ ਅਤੇ ਅਸੀਂ ਆਪਦੇ ਘਰ ਚਲੇ ਜਾਵਾਂਗੇ। ਮਹਾਰਾਜ ਤਾਈਓ ਫਰਮਾਉਂਦੇ, ਗੁਰਸਿੱਖ ਮੀਤ ਚਲੋ ਗੁਰ ਚਾਲੀ,
ਜੋ ਗਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਵੀ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ ਉਹਨੂੰ ਭਲਾ ਭਲਾ ਕਰਕੇ ਮੰਨੋ, ਇਹਨਾਂ ਦੇ ਦੱਸੇ ਮੁਤਾਬਕ ਸਿਮਰਨ ਕਰੋ ਅਤੇ ਆਪਦੇ ਜੀਵਨ ਦਾ ਲਾਹਾ ਕੱਢੋ। ਆਓ ਹੁਣ ਜੋ ਸਤਿਗੁਰੂ ਆਪਾਂ ਨੂੰ ਸਿਮਰਨ ਅਭਿਆਸ ਕਰਨ ਨੂੰ ਕਹਿ ਰਹੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰੇ ਜਦੋਂ ਇਹ ਆਪਾਂ ਅਭਿਆਸ ਕਰਦੇ ਹਾਂ, ਸਿਮਰਨ ਕਰਦੇ ਕਰਦੇ ਜਦੋਂ ਅਸੀਂ ਅੰਤਰਮੁਖੀ ਹੋ ਜਾਂਦੇ ਹਾਂ, ਜੋ ਸਾਡੇ ਅੰਦਰ ਸ਼ਬਦ ਗੁਰੂ ਹੈ ਨਾਮ, ਜਦੋਂ ਅਸੀਂ ਉਹ ਨਾਮ ਨੂੰ ਸੁਣਦੇ ਹਾਂ, ਸਾਡੀ ਟੁੱਟੀ ਹੋਈ ਨਾਮ ਦੇ ਨਾਲ ਜੁੜ ਜਾਂਦੀ। ਫਿਰ ਅਸੀਂ ਉਹ ਸ਼ਬਦ ਦੁਬਾਰਾ, ਉਹ ਨਾਮ ਦੁਬਾਰਾ ਇਹ ਭਵ ਸਾਗਰ ਤੋਂ ਪਾਰ ਹੋਣਾ। ਮਹਾਰਾਜ ਫਰਮਾਉਂਦੇ ਭਵ ਜਲ ਬਿਖਮ ਸਗਾਹੋ, ਗੁਰ ਸ਼ਬਦੀ ਪਾਰ ਪਾਹੀ। ਵੀ ਇਹ ਜਿਹੜਾ ਭਵ ਸਾਗਰ ਭਵ ਜਲ ਹੈ, ਇਹਨੂੰ ਅਸੀਂ ਸ਼ਬਦ ਦੁਆਰਾ, ਨਾਮ ਦੁਆਰਾ ਪਾਰ ਕਰ। ਹੌਲੀ ਇਸ ਸ਼ਬਦ ਦੇ ਨਾਲ, ਨਾਮ ਦੇ ਨਾਲ ਫਿਰ ਅਸੀਂ ਜੁੜਨਾ ਹੁੰਦਾ। ਜੇ ਅਸੀਂ ਨਹੀਂ ਜੁੜਾਂਗੇ ਫਿਰ ਕਹਿੰਦੇ ਵੀ ਸ਼ਬਦ ਤੋਂ ਬਿਨਾਂ ਸਾਡਾ ਆਵਾਗੁਣ ਜਿਹੜਾ ਵਾਰ ਵਾਰ ਅਸੀਂ ਜੰਮਦੇ ਮਰਦੇ ਆਕਾਰਾਂ ਦੇ ਵਿੱਚ ਆਉਂਦੀ। ਫਿਰ ਤਾਈਓ ਗੁਰੂ ਨਾਨਕ ਪਾਤਸ਼ਾਹ ਮਨ ਨੂੰ ਕਹਿੰਦੇ ਬਈ ਮੂਰਖਾ ਮਨਾ, ਬਈ ਹੁਣ ਤੂੰ ਸਮਝ ਲੈ, ਬਈ ਤੈਨੂੰ ਆਉਂਦੇ ਜਾਂਦੇ ਨੂੰ ਹੁਣ ਤੈਨੂੰ ਲਾਜ਼ਮ ਨਹੀਂ ਆਉਂਦੀ, ਬਈ ਤੂੰ ਸ਼ਰਮ ਨਹੀਂ ਮੰਨਦਾ। ਬਈ ਜੇ ਤੂੰ ਹੁਣ ਗੁਰੂ ਨਾਲ ਨਹੀਂ ਜੁੜੇਗਾ ਸ਼ਬਦ ਦੇ ਨਾਲ, ਤੂੰ ਫਿਰ ਵਾਰ-ਵਾਰ ਆਵੇਂ ਜਾਏਗਾ ਜੂਨਾਂ ਦੇ ਵਿੱਚ। ਮਹਾਰਾਜ ਇਸ ਲਈ ਫਰਮਾਉਂਦੇ ਸੁਣ ਮਨ ਅੰਧੇ ਮੂਰਖ ਗਵਾਰ, ਆਵਤ ਜਾਵਤ ਲਾਜ ਨਹੀਂ ਲਾਗੇ, ਬਿਨ ਗੁਰ ਬੂਢੇ ਬਾਰੋ ਬਾਰ।
ਬਈ ਤੂੰ ਵਾਰ-ਵਾਰ ਆਉਣਾ ਜਾਣਾ ਤੇ ਲਾਜ਼ਮ ਨਹੀਂ ਤੈਨੂੰ ਆਉਂਦੀ, ਤੇ ਤੂੰ ਹੁਣ ਗੁਰੂ ਤੋਂ ਬਿਨਾਂ ਵਾਰ-ਵਾਰ ਆਉਂਦਾ ਜਾਂਦਾ ਹੀ ਰਹੇਂਗਾ। ਇਸ ਵਾਸਤੇ ਫਿਰ ਹੁਣ ਸਾਨੂੰ ਸਮਝਾਉਂਦੇ ਵੀ ਹੁਣ ਅਸੀਂ ਉਹ ਸ਼ਬਦ ਗੁਰੂ ਨਾਲ ਜੁੜਨਾ ਜਿਹੜੇ ਸ਼ਬਦ ਗੁਰੂ ਨਾਲੋਂ ਸਾਡੇ ਮਨ ਦੀ ਲਿਵ ਟੁੱਟੀ। ਜੋ ਅਸੀਂ ਪੜ੍ਹਦੇ ਰੋਜ਼ ਆ, ਮਹਾਰਾਜ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਬਈ ਸਾਡੇ ਮਨ ਦੀ ਜਿਹੜੀ ਲਿਵ ਉਹ ਨਾਮ ਦੇ ਨਾਲੋਂ ਟੁੱਟ ਚੁੱਕੀ, ਹੌੜੋਂ ਟੁੱਟੀ ਹੋਈ ਸਾਡੀ ਗੰਢੀ ਫਿਰ ਜਾਣੀ ਜਦੋਂ ਅਸੀਂ ਇਹਦੇ 'ਤੇ ਵਿਚਾਰ ਕਰਾਂਗੇ। ਮਹਾਰਾਜ ਕਹਿੰਦੇ ਟੂਟੇ ਗੰਠ ਪੜੀ ਵਿਚਾਰ, ਵੀ ਟੁੱਟੀ ਹੋਈ ਸਾਡੀ ਦੁਬਾਰਾ ਜੁੜ ਜਾਏਗੀ, ਗੰਢੀ ਜਾਏਗੀ ਜੇ ਅਸੀਂ ਇਹਦੇ 'ਤੇ ਵਿਚਾਰ ਕਰਾਂਗੇ, ਜੇ ਅਸੀਂ ਸਤ ਸੰਗਤ ਕਰਾਂਗੇ, ਜੇ ਅਸੀਂ ਸਿਮਰਨ ਕਰਾਂਗੇ ਤਾਂ ਸਾਡੀ ਟੁੱਟੀ ਹੋਈ ਦੁਬਾਰਾ ਫਿਰ ਜੁੜ ਜਾਏਗੀ। ਔਰ ਇਹ ਟੁੱਟੀ ਹੋਈ ਦੁਬਾਰਾ ਸਾਡੀ ਜੁੜ ਜੇ ਉਹਦੇ ਵਾਸਤੇ ਅਸੀਂ ਵੱਧ ਤੋਂ ਵੱਧ ਸਿਮਰਨ ਕਰਨਾ, ਬਹਿੰਦੇ ਉੱਠਦੇ ਕੰਮ ਕਰਦੇ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਸਹਿਜ ਦੇ ਨਾਲ ਵਿਚਾਰਨਾ ਖੋਜਣਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਾਂਗੇ ਓਨਾ ਹੀ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਲੱਗੇਗੀ ਅਤੇ ਓਨਾ ਹੀ ਅਸੀਂ ਜੀਵਨ ਦਾ ਆਪਦੇ ਲਾਹਾ ਖੱਟਾਂਗੇ। ਬਾਕੀ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਜੋ ਸਤਿਗੁਰੂ ਆਪਾਂ ਨੂੰ ਭੇਜ ਦੇ ਰਹੇ ਨਾਮ ਦਾ, ਸੱਚ ਦਾ, ਆਪਣੇ ਘਰ ਦਾ, ਗੁਰਮੁਖਾਂ ਨੇ ਬੜਾ ਆਪਾਂ ਨੂੰ ਸੌਖਾ ਕਰਕੇ ਭੇਜ ਦਿੱਤਾ ਵੀ ਤਾਂ ਕਿ ਹਰ ਇੱਕ ਜੀਵ ਨੂੰ ਸਮਝ ਲੱਗ ਜੇ ਅਤੇ ਉਹ ਆਪਦੇ ਜੀਵਨ ਦਾ ਇੱਥੋਂ ਲਾਹਾ ਖੱਟ ਕੇ ਖੁਸ਼ੀ ਖੁਸ਼ੀ ਆਪਦੇ ਘਰ ਵਾਪਸ ਜਾਵੇ ਅਤੇ ਆਪਦਾ ਜਿਹੜਾ ਆਵਾਗਾਉਣ ਦਾ ਚੱਕਰ ਉਹ ਸਦਾ ਵਾਸਤੇ ਮਿਟਾ ਲਵੇ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।